ਮਨੁੱਖ ਦਾ ਐਕਸੀਡੈਂਟ ਹੋ ਜਾਏ, ਗੋਡਾ ਮੋਢਾ ਲੱਤ ਬਾਂਹ ਤੇ ਕਿਤੇ ਕੋਈ ਨੁਕਸਾਨ ਹੋ ਜਾਏ, ਜੋੜ ਪਾ ਦਿੰਦਾ ਹੈ ਡਾਕਟਰ ਵੈਦ ਹਕੀਮ, ਹੱਡੀ ਜੁੜ ਜਾਂਦੀ ਹੈ। ਪਰ ਫਿਰ ਵੀ ਜਦੋਂ ਮਨੁੱਖ ਕੰਮ ਕਰਦਾ ਹੈ ਜਾਂ ਤੁਰਦਾ ਹੈ, ਪਤਾ ਲੱਗ ਜਾਂਦਾ ਵੀ ਇੱਥੇ ਆਹ ਜੋੜ ਪਿਆ ਹੈ। ਹੁਣ ਸਾਰੀ ਜ਼ਿੰਦਗੀ ਰੜਕਦਾ ਹੈ ਵੀ ਇੱਥੇ ਮੇਰਾ ਆਹ ਨੁਕਸਾਨ ਹੋਇਆ ਹੈ। ਫਿਰ ਵੀ ਧੰਨਵਾਦ ਕਰਦਾ ਉਸ ਡਾਕਟਰ ਦਾ ਵੀ ਡਾਕਟਰ ਸਾਹਿਬ ਧੰਨਵਾਦ, ਤੁਸੀਂ ਮੈਨੂੰ ਤੁਰਨ ਜੋਗਾ ਕਰ ਦਿੱਤਾ, ਤੁਸੀਂ ਮੈਨੂੰ ਖਾਣਾ ਖਾਣ ਜੋਗਾ ਕਰ ਦਿੱਤਾ। ਪਰ ਜਿਸ ਪਰਮੇਸ਼ਰ ਨੇ ਇੰਨੇ ਸੋਹਣੇ ਤੇਰੇ ਜੋੜ ਪਾਏ, ਇੰਨਾ ਸੋਹਣਾ ਤੇਰਾ ਜਿਸਮ ਤਿਆਰ ਕੀਤਾ, ਮਾਤ ਗਰਭ ਮੈਂ ਜੰਤੂ ਰਾਖਿਆ ਰਾਖਣ ਹਾਰ ਸੰਭਾਰ ਜਨਾ, ਜਿਹਨੇ ਤੈਨੂੰ ਮਾਤਾ ਦੇ ਗਰਭ ਵਿੱਚ ਤੇਰੀ ਪ੍ਰਤ ਪਾਲਣਾ ਕੀਤੀ। ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ, ਸਾਰੇ ਪੜੋ, ਕਮਨ ਮੂਲ ਤੇ। ਤੇਰਾ ਮੂਲ ਕੀ ਸੀ? ਤੂੰ ਕੀ ਸੀ? ਜਦੋਂ ਸਾਡਾ ਜਨਮ ਨਹੀਂ ਸੀ ਹੋਇਆ, ਮਾਂ ਸਾਡੀ ਕਿਤੇ ਸੀ, ਪਿਤਾ ਸਾਡਾ ਕਿਤੇ ਸੀ। ਦੋਵਾਂ ਦਾ ਵਿਆਹ ਹੋਇਆ, ਇਕੱਠੇ ਹੋਏ। ਇੱਕ ਪਾਣੀ ਦੀ ਬੂੰਦ ਤੋਂ, ਇਹ ਗੁਰਦੇਵ ਦੀ ਬਾਣੀ ਦਾ ਵਾਕ ਹੈ, ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਉਰਾ ਕਰਿਆ। ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜੰਤੂ ਰਾਖਿਆ ਰਾਖਣ ਹਾਰ ਸੰਭਾਰ ਜਨਾ। ਇੱਕ ਪਾਣੀ ਦੀ ਬੂੰਦ ਤੋਂ ਕਿੱਡਾ ਸੋਹਣਾ ਤੇਰਾ ਜਿਸਮ, ਤੇਰਾ ਸਰੀਰ ਦਾ ਢਾਂਚਾ ਤਿਆਰ ਕਰ ਦਿੱਤਾ ਹੈ। ਕੋਈ ਘਰ ਬਣਾਉਂਦਾ ਤੂੰ ਉਹਦਾ ਵੀ ਧੰਨਵਾਦ ਕਰਦਾ ਹੈ, ਕੋਈ ਤੈਨੂੰ ਕੱਪੜੇ ਸਿਲਾਈ ਕਰਕੇ ਦਿੰਦਾ ਉਹਦਾ ਵੀ ਧੰਨਵਾਦ ਕਰਦਾ ਹੈ। ਪਰ ਜਿਸ ਮਾਲਕ ਨੇ ਤੈਨੂੰ ਇੰਨਾ ਸੋਹਣਾ ਜਿਸਮ ਦਿੱਤਾ, ਕਦੀ ਸਵੇਰੇ ਉੱਠ ਕੇ ਧੰਨਵਾਦ ਕੀਤਾ, ਦਾਤਾ ਸਭ ਤੋਂ ਵੱਡੀ ਤੂੰ ਮੈਨੂੰ ਦਾਤ ਦਿੱਤੀ, ਤੂੰ ਮੈਨੂੰ ਇੰਨਾ ਸੋਹਣਾ ਸਰੀਰ ਬਖਸ਼ਿਸ਼ ਕੀਤਾ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਮੂਲ ਕੀ ਸੀ ਤੇਰਾ? ਤੈਨੂੰ ਕੀ ਦ੍ਰਿਸ਼ਟਮਾਨ ਕਰ ਦਿੱਤਾ? ਪਰਮੇਸ਼ਰ ਵਰਗਾ ਕਾਰੀਗਰ ਕੋਈ ਨਹੀਂ, ਪਰਮਾਤਮਾ ਵਰਗਾ ਇੰਜੀਨੀਅਰ ਕੋਈ ਨਹੀਂ। ਕਿੰਨਾ ਉਹਨੇ ਕਿੱਦਾਂ ਹੱਡੀਆਂ ਜੋੜੀਆਂ ਨੇ, ਕਿੱਦਾਂ ਉਹਨੇ ਸੋਹਣੇ ਤਰੀਕੇ ਨਾਲ ਢਾਂਚਾ ਤਿਆਰ ਕੀਤਾ ਹੈ। ਕਿਆ ਸਿਰ ਝੁਕਦਾ ਮਾਲਕ ਦੇ ਚਰਨਾਂ 'ਚ। ਤੁਸੀਂ ਕੰਮ ਕਰਦੇ ਹੋ, ਤੁਹਾਡੀ ਬਾਡੀ 'ਚੋਂ ਪਸੀਨਾ ਨਿਕਲਦਾ, ਤੁਹਾਨੂੰ ਪਿਆਸ ਲੱਗਦੀ ਹੈ, ਤੁਸੀਂ ਮੂੰਹ ਦੇ ਨਾਲ ਗਲਾਸ ਲਾ ਕੇ ਆਪਣੇ ਅੰਦਰ ਪਾਣੀ ਦਾ ਗਲਾਸ ਸੁੱਟਦੇ ਹੋ। ਅੰਦਰ ਖੂਨ ਵੀ ਹੈ, ਅੰਦਰ ਪਾਣੀ ਵੀ ਹੈ। ਖੂਨ 'ਚ ਪਾਣੀ ਮਿਕਸ ਨਹੀਂ ਹੁੰਦਾ, ਬੰਦਾ ਕਿੰਨਾ ਦੌੜਦਾ ਪਿਆ। ਜਿੱਦਣ ਖੂਨ 'ਚ ਪਾਣੀ ਮਿਕਸ ਹੋ ਗਿਆ, ਆਪਾਂ ਕਹਿੰਦੇ ਖੂਨ ਪਾਣੀ ਬਣ ਗਿਆ ਬੰਦੇ ਦਾ। ਤੁਸੀਂ ਕੰਮ ਕਰਦੇ ਹੋ, ਤੁਹਾਡੇ ਇੱਥੋਂ ਪਸੀਨਾ ਨਿਕਲਦਾ, ਇੱਥੇ ਬਲੇਡ ਵੱਜਿਆ ਨਾਲ ਹੀ ਉੱਥੋਂ ਖੂਨ ਨਿਕਲਦਾ, ਪਰ ਮਿਕਸ ਨਹੀਂ ਹੋ ਰਿਹਾ। ਕਿਆ ਸੋਹਣੀ ਪੈਕਿੰਗ ਕੀਤੀ ਹੋਈ ਹੈ। ਪਰ ਕਦੀ ਸਭ ਤੋਂ ਵੱਡੀ ਦਾਤ ਤੇ ਤੈਨੂੰ ਇਹ ਸਰੀਰ ਦਿੱਤਾ ਹੋਇਆ ਉਸ ਮਾਲਕ ਨੇ, ਕਦੀ ਇਹਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕਰ। ਤਾਂ ਹੀ ਤੇ ਬਾਣੀ 'ਚ ਆਖਿਆ ਸੀ ਗੁਰਦੇਵ ਨੇ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਖਾਂਦਿਆਂ ਖਾਂਦਿਆਂ ਤੇਰਾ ਮੂੰਹ ਘਸ ਗਿਆ। ਮੂੰਹ ਘਸਣ ਦਾ ਅਰਥ ਹੈ ਦੰਦ ਘਸ ਗਏ। ਪਹਿਨੰਦਿਆਂ ਸਭ ਅੰਗ, ਕੱਪੜਾ ਪਹਿਨ ਦੇ ਅੰਗ ਬਿਰਧ ਹੋ ਗਏ। ਹੁਣ ਜਿਹੜੇ ਕੱਪੜੇ ਬਚਪਨ 'ਚ ਪਾਉਂਦਾ ਸੀ, ਜਵਾਨੀ 'ਚ ਥੋੜ੍ਹਾ ਉਹ ਪਾਉਂਦਾ, ਜਿਹੜੇ ਜਵਾਨੀ 'ਚ ਪਾਉਂਦਾ ਸੀ ਹੁਣ ਬਚਪਨ 'ਚ ਨਹੀਂ ਪੈਂਦੇ। ਕੱਪੜੇ ਦੀ ਵੀ ਇੱਕ ਉਮਰ ਹੁੰਦੀ ਹੈ। ਹੁਣ ਜਿਹੜਾ ਜੋਬਨ 'ਚ ਕੱਪੜਾ ਪਾ ਸਕਦਾ, ਬੁਢੇਪੇ ਵੇਲੇ ਉਹ ਕੱਪੜਾ ਥੋੜ੍ਹਾ ਆਪਣਾ, ਕੱਪੜਾ ਵੀ ਇੱਕ ਉਮਰ ਦੇ ਨਾਲ ਹੀ ਹੈ। ਕੱਪੜਾ ਪਹਿਨਦਿਆਂ ਪਹਿਨਦਿਆਂ ਅੰਗ ਬਜ਼ੁਰਗ ਹੋ ਗਏ, ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨੰਦਿਆਂ ਸਭ ਅੰਗ। ਕੀ ਆਂਦੇ ਨੇ ਗੁਰਦੇਵ ਜੀ? ਤ੍ਰਿਗ ਤਿਨਾ ਕਾ ਜੀਵਿਆ। ਮਹਾਰਾਜ ਕਿਹਨਾਂ ਦਾ? ਕਹਿੰਦੇ ਜਿਨ ਸੱਚ ਨਾਲ ਲੱਗੋ ਰੰਗ। ਰੰਗ ਦਾ ਅਰਥ ਹੈ ਪਿਆਰ। ਜੇ ਤੇਰਾ ਅਜੇ ਵੀ ਸੱਚ ਨਾਲ ਪਿਆਰ ਨਹੀਂ ਪਿਆ ਨਾ, ਕਹਿੰਦੇ ਲਾਹਣਤ ਹੈ ਤੇਰੇ ਐਸੇ ਜੀਵਨ ਦੇ ਉੱਤੇ। ਜਿਵੇਂ ਆਪਾਂ ਕਿਸੇ ਬੰਦੇ ਦੀ ਤਿਆਰੀ ਹੋਵੇ ਐ ਪੂਰੀ, ਅਤੇ ਆਪਾਂ ਉਹਨੂੰ ਇਹ ਸ਼ਬਦ ਬੋਲ ਦਈਏ, ਬੰਦਾ ਚਾਹੁੰਦਾ ਨਾ ਮੇਰੀ ਵਡਿਆਈ ਹੋਵੇ, ਕੋਈ ਤਾਰੀਫ ਕਰੇ ਕੋਈ, ਅਤੇ ਕੋਈ ਇਹ ਕਹੇ ਤੇਰੀ ਐਡੀ ਵੱਡੀ ਤਿਆਰੀ ਉੱਤੇ ਲਾਹਣਤ ਹੈ ਜੇ ਤੇਰਾ ਸੱਚ ਨਾਲ ਪਿਆਰ ਨਹੀਂ ਪਿਆ। ਤੇ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਹੁਣ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ, ਹਾਂ ਮੈਂ ਬਲ ਬਲ ਜਾਉਂ ਕੁਰਬਾਨ ਜਾਂਦਾ ਹਾਂ ਰਮਈਆ ਕਾਰਨੇ ਆਪਣੇ ਰਮੇ ਹੋਏ ਪਰਮਾਤਮਾ ਦੇ ਕੰਮਾਂ ਤੋਂ। ਤੇਰੀ ਕੁਦਰਤ, ਕੁਦਰਤ ਕੀਮਤ ਨਾ ਜਾਣੀ ਹੈ। ਉਹਦੀ ਕੁਦਰਤ ਦੀ ਕੀਮਤ ਨਹੀਂ ਦੱਸੀ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਵੱਡਾ ਬੇਪਰਵਾਹ। ਹੁਣ ਜਿਹਦੇ ਕੋਲ ਪੈਸੇ ਨੇ ਉਹ ਤੇ ਏਅਰ ਕੰਡੀਸ਼ਨ ਲਾ ਲਓ, ਬਾਹਰ ਟੈਂਪਰੇਚਰ ਭਾਵੇਂ 45 ਹੋਵੇ, ਉਹ ਆਪਣੇ ਅੰਦਰ ਦਾ ਟੈਂਪਰੇਚਰ 16 17 18 ਰੱਖ ਕੇ ਸੁੱਤਾ ਹੈ। ਗਰੀਬ ਕੋਲ ਇੰਨੇ ਪੈਸੇ ਹੈ ਨਹੀਂ,
ਪਰ ਜਦੋਂ ਪਰਮਾਤਮਾ ਦਾ ਏਸੀ ਚੱਲਦਾ ਉਹ ਦਿਨ ਗਰੀਬ ਨੂੰ ਵੀ ਉਹ ਹਵਾ ਆਉਣੀ ਅਤੇ ਅਮੀਰ ਨੂੰ ਵੀ ਹਵਾ ਉਹ ਆਉਣੀ ਹੈ। ਉਹ ਦਿਨ ਕੋਈ ਫਰਕ ਨਹੀਂ ਹੋਣਾ। ਤਗੜਾ ਬੰਦਾ ਆਪਣੇ ਘਰ 4 ਲਾਈਟਾਂ ਵੱਧ ਲਾ ਲੂ, ਮਾਤੜ ਕੋ ਨਹੀਂ ਲੱਗਣੀਆਂ। ਪਰ ਜਦੋਂ ਸੂਰਜ ਉਦੇ ਹੁੰਦਾ, ਅਮੀਰ ਘਰ ਵੀ ਸੂਰਜ ਉਹ ਜਾਣਾ ਅਤੇ ਮਾਤੜ ਘਰ ਵੀ ਸੂਰਜ ਉਹ ਜਾਣਾ। ਉੱਥੇ ਕੋਈ ਵਿਤਕਰਾ ਨਹੀਂ, ਉੱਥੇ ਬਰਾਬਰ ਹੈ ਸਾਰੇ। ਪਾਤਸ਼ਾਹ ਜੀ ਨੇ ਇੰਨੇ ਪਿਆਰੇ ਨੁਕਤੇ ਦੇ ਦੇ ਕੇ ਸਾਨੂੰ ਸਮਝਾਇਆ ਕਿ ਵੇਖ ਬੰਦਿਆ, ਸਮਝ ਉਸ ਗੱਲ ਨੂੰ ਕਿ ਉਹਦੀ ਕੁਦਰਤ, ਉਹਦੀ ਜਿਹੜੀ ਰਹਿਮਤ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਅਮੋਲਕ ਹੈ। ਕੁਦਰਤ ਕੀਮਤ ਨਾ ਜਾਣੀ ਹੈ, ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਇਹਨੂੰ ਸਾਹ ਪੜ੍ਹਨਾ। ਸਾਹ ਦਾ ਅਰਥ ਹੁੰਦਾ ਸਵਾਸ। ਜੇ ਆਪਾਂ ਸੱਸੇ ਦੇ ਪੈਰ 'ਚ ਬਿੰਦੀ ਲਾਤੀ ਫਿਰ ਬਣ ਜੂਗਾ ਸ਼ਾਹ। ਸ਼ਾਹ ਕੌਣ ਹੁੰਦਾ ਹੈ? ਜਿਹਦੇ ਕੋਲੋਂ ਆਪਾਂ ਪੈਸੇ ਲੈ ਕੇ ਵਰਤਦੇ ਹਾਂ। ਆਮ ਹੀ ਸਮਾਜ ਵਿੱਚ ਜਿਹੜਾ ਸ਼ਾਹੂਕਾਰ ਹੁੰਦਾ, ਆਪਾਂ ਕਹਿੰਦੇ ਹੋਰ ਸ਼ਾਹ ਜੀ ਕੀ ਹਾਲ ਆ, ਉਹ ਸੱਸੇ ਪੈਰ ਬਿੰਦੀ ਸਾਹ ਬੋਲੇ। ਜੇ ਪੈਰ 'ਚ ਬਿੰਦੀ ਲੱਗ ਗਈ ਤਾਂ ਸ਼ਾਹ ਬਣ ਜਾਊਗਾ। ਜਿਵੇਂ ਆਮ ਹੀ ਜਿਹਦੇ ਕੋਲ ਲੋਕ ਲੈ ਕੇ ਗਰਜਾਂ ਕਰਦੇ ਹੋਣ, ਉਹਨੂੰ ਸਮਾਜ ਵਿੱਚ ਲੋਕ ਸ਼ਾਹ ਜੀ ਕਹਿ ਕੇ ਬੁਲਾਉਂਦੇ ਨੇ। ਉਹਨੂੰ ਆਪਾਂ ਸਾਹ ਨਹੀਂ ਕਹਿ ਸਕਦੇ। ਸਾਹ ਕੀ ਆ? ਸਵਾਸ ਜਿਹੜੇ ਅਸੀਂ ਲੈ ਰਹੇ ਹਾਂ, ਜਿਹੜੇ ਅਸੀਂ ਜ਼ਿੰਦਗੀ ਜੂ ਰਹੇ ਹਾਂ। ਕਹਿੰਦੇ ਜਿਚਰ ਘਟ ਮੈਂ, ਸਾਰੇ ਬੋਲੋ ਜਿਚਰ ਘਟ ਮੈਂ ਸਾਹ। ਸਾਹ ਪੜ੍ਹਨਾ ਇਹਨੂੰ, ਜਿਚਰ ਜਦੋਂ ਤੱਕ ਤੇਰੇ ਅੰਦਰ ਸਾਹ ਚੱਲਦਾ ਨਾ, ਉਦੋਂ ਤੱਕ ਤੂੰ ਬੰਦਗੀ ਕਰਨੀ ਹੈ। ਅਤੇ ਬੰਦਗੀ ਕਰਨ ਦਾ ਅਰਥ ਕੀ ਹੈ? ਉਦੋਂ ਤੱਕ ਤੂੰ ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ ਹੈ। ਵਿਣ ਗੁਣ ਕੀਤੇ, ਸਾਰੇ ਬੋਲੋ ਵਿਣ ਗੁਣ ਕੀਤੇ ਬਿਨਾਂ ਗੁਣਾਂ ਤੋਂ ਇਬਾਦਤ ਨਹੀਂ। ਜਾਨੀ ਕਿ ਜਦੋਂ ਤੱਕ ਤੇਰੇ ਅੰਦਰ ਸਾਹ ਚੱਲਦੇ ਆ ਨਾ, ਉਦੋਂ ਤੱਕ ਤੂੰ ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਣਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਹਾਂ ਬਲ ਬਲ ਜਾਉ ਰਮਈਆ ਕਾਰਨੇ। ਅੱਗੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਾਰਨ ਕਮਨ ਅਬੋਲ। ਕੀ ਕਾਰਨ ਹੈ ਕਿ ਤੁਸੀਂ ਮੇਰੇ ਨਾਲ ਬੋਲਦੇ ਨਹੀਂ? ਅਬੋਲ, ਬੋਲ ਦਾ ਅਰਥ ਹੁੰਦਾ ਬੋਲਣਾ। ਅਬੋਲ ਦਾ ਅਰਥ ਕੀ ਹੈ? ਜਿਹੜਾ ਨਾ ਬੋਲੇ। ਕਹਿੰਦੇ ਪਤਾ ਨਹੀਂ ਕਾਰਨ ਕੀ ਆ, ਤੁਸੀਂ ਮੇਰੇ ਨਾਲ ਬੋਲਦੇ ਹੀ ਨਹੀਂ। ਹੁਣ ਰੱਬ ਨਾ ਬੋਲੇ ਦਾ ਮਤਲਬ ਕੀ ਹੈ ਭਲਾ? ਪਰਮੇਸ਼ਰ ਤੇ ਨਿਰਾਕਾਰ ਹੈ, ਉਹਦਾ ਕਿਹੜਾ ਕੋਈ ਆਕਾਰ ਹੈ? ਉਹ ਤੇ ਸਹਿਸਤਵ ਨੈਣ ਹੈ। ਨਨ ਨੈਣ ਹੈ ਤੋਏ ਕੋ। ਫਿਰ ਰੱਬ ਨੂੰ ਪਹਿਲਾਂ, ਰੱਬ ਨੂੰ ਬੋਲਣ ਤੋਂ ਪਹਿਲਾਂ ਇਹ ਵੇਖੋ ਰੱਬ ਹੈ ਕਿ ਰੱਬ ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ। ਜਾਨੀ ਕਿ ਜਿਹੜੇ ਤੁਹਾਡੇ ਗੁਣ ਨੇ, ਪਤਾ ਨਹੀਂ ਕੀ ਕਾਰਨ ਹੈ, ਮੇਰੇ ਵਿੱਚ ਆਉਂਦੇ ਹੀ ਨਹੀਂ। ਕੀ ਕਾਰਨ ਹੈ? ਮੈਂ ਸਤ ਸੰਤੋਖ ਦਇਆ ਧਰਮ ਧੀਰਜ ਵਾਲੇ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਹੀ ਨਹੀਂ ਕਰ ਰਿਹਾ। ਕਾਰਨ ਮੈਨੂੰ ਸਮਝ ਨਹੀਂ ਆ ਰਹੀ। ਕਾਰਨ ਕਮਨ ਨਾ ਬੋਲ। ਹਮ ਸਰ ਦੀਨ, ਮੇਰੇ ਵਰਗਾ ਦੀਨ ਕੋਈ ਨਹੀਂ। ਦਇਆਲ ਨਾ ਤੁਮ ਸਰ, ਤੁਹਾਡੇ ਵਰਗਾ ਦੁਨੀਆ 'ਤੇ ਦਿਆਲੂ ਕੋਈ ਨਹੀਂ, ਅਤੇ ਮੇਰੇ ਵਰਗਾ ਸੰਸਾਰ 'ਤੇ ਨਿਮਾਣਾ ਕੋਈ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਗਲਾ ਵਾਕ ਹੈ ਅਬ ਪਤਿਆਰ ਕਿਆ ਕੀਜੈ। ਪਤਿਆਰ ਪਤਾ ਕੀ ਹੁੰਦਾ ਹੈ? ਇਮਤਿਹਾਨ ਲੈਣਾ, ਇਗਜ਼ਾਮ ਲੈਣਾ। ਕਹਿੰਦੇ ਮੇਰੀ ਇਸ ਕੰਗਾਲਤਾ ਦਾ ਇਗਜ਼ਾਮ ਤੇ ਤਾਂ ਲਓ, ਪਰਚਾ ਤੇ ਤਾਂ ਪਾਓ ਜੇ ਮੈਂ ਅੜਾਂ ਕਿਸੇ ਗੱਲ 'ਤੇ। ਮੈਂ ਤਾਂ ਪਹਿਲੇ ਮੰਨ ਗਿਆ ਮੇਰੇ ਵਰਗਾ ਦੀਨ ਕੋਈ ਨਹੀਂ। ਜੇ ਤਾਂ ਮੈਂ ਇਹ ਗੱਲ ਕਹਾਂ ਜੀ ਮੈਂ ਤਾਂ ਬੜਾ ਦਿਆਲੂ ਹਾਂ, ਮੈਂ ਬੜਾ ਕਿਰਪਾਲੂ ਹਾਂ, ਮੈਂ ਬੜਾ ਦਾਨੀ ਹਾਂ, ਮੈਂ ਬੜਾ ਪਰਉਪਕਾਰੀ ਹਾਂ, ਫਿਰ ਤਾਂ ਤੁਸੀਂ ਪਰਚਾ ਪਾਉਂਦੇ ਵੀ ਚੰਗੇ ਲੱਗੋ। ਮੈਂ ਤਾਂ ਪਹਿਲਾਂ ਹੀ ਡਿੱਗ ਪਿਆ, ਮੈਂ ਤਾਂ ਪਹਿਲਾਂ ਹੀ ਲੰਮੇ ਪੈ ਗਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਵਾਕ ਹੈ। ਭਾਈ ਸਾਹਿਬ ਕਹਿੰਦੇ ਤੋਸੋ ਨਾ ਨਾਥ, ਤੁਹਾਡੇ ਵਰਗਾ ਨਾਥ ਕੋਈ ਨਹੀਂ। ਅਨਾਥ ਨਾ ਮੋਸਰ, ਮੇਰੇ ਵਰਗਾ ਦੁਨੀਆ 'ਤੇ ਅਨਾਥ ਕੋਈ ਨਹੀਂ। ਤੁਹਾਡੇ ਵਰਗਾ ਮਾਲਕ ਕੋਈ ਨਹੀਂ, ਨਾਥ ਕੋਈ ਨਹੀਂ। ਜਿਵੇਂ ਬਾਣੀ 'ਚ ਆਪਾਂ ਪੜ੍ਹਦੇ, ਜਿਵੇਂ ਆਪ ਨਾਥ, ਸਾਰੇ ਪੜ੍ਹੋ ਪਿਆਰਿਓ, ਆਪ ਨਾਥ। ਆਪਣੇ ਸੈੱਲਫੋਨ ਸਾਇਲੈਂਟ ਮੋਡ 'ਤੇ ਕਰ ਲਓ ਜਿੰਨਾ ਸਮਾਂ ਆਪਾਂ ਗੁਰੂ ਦੀ ਗੋਦ 'ਚ ਬੈਠੇ। ਜਦੋਂ ਰਿੰਗ ਵੱਜਦੀ ਸਾਰਿਆਂ ਦਾ ਧਿਆਨ ਉਖੜ ਜਾਂਦਾ। ਆਪ ਨਾਥ ਨਾਥੀ ਸਭ ਜਾਂਕੀ। ਨਾਥ ਦਾ ਅਰਥ ਹੈ ਮਾਲਕ ਨਾਥ ਹੈ, ਅਤੇ ਨਾਥੀ ਕਹਿੰਦੇ ਨੱਥੀ ਹੋਈ। ਕਹਿੰਦੇ ਮਾਲਕ ਆਪ ਨਾਥ ਹੈ, ਸਾਰੀ ਕਾਇਨਾਤ ਉਹਦੇ ਨਾਲ ਨੱਥੀ ਹੋਈ ਹੈ। ਜਿਵੇਂ ਆਪਾਂ ਫੁੱਲ ਲੈ ਕੇ ਕਿਸੇ ਧਾਗੇ ਵਿੱਚ ਨਹੀਂ ਪਰੋ ਦਿੰਦੇ ਇੱਕ ਥਾਂ 'ਤੇ, ਜਿਵੇਂ ਕੱਪੜਾ ਹੁੰਦਾ ਉਹਨੂੰ ਆਪਾਂ ਸੂਈ ਨਾਲ ਇੱਕ ਦੂਜੇ ਨਾਲ ਕੱਪੜੇ ਨਾਲ ਜੋੜ ਦਿੰਦੇ ਹਾਂ। ਕਹਿੰਦੇ ਮਾਲਕ ਨਾਥ ਹੈ, ਸਾਰੀ ਕਾਇਨਾਤ ਉਹਦੇ ਨਾਲ ਨੱਥੀ ਹੋਈ। ਆਪ ਨਾਥ, ਸਾਰੇ ਪੜ੍ਹੋ ਆਪ ਨਾਥ ਨਾਥੀ ਸਭ ਜਾਂਕੀ। ਜਿਹੜੀ ਕਾਇਨਾਤ ਨੱਥੀ ਪਈ ਹੈ। ਇੱਥੇ ਸ਼ਬਦ ਕੀ ਵਰਤਿਆ ਗੁਰਦੇਵ ਜੀ ਨੇ? ਕਿੰਨੇ ਪਿਆਰੇ ਵਾਕ ਕਹਿ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਬੰਦਿਆ ਸਮਝ ਸੁਰਤ ਕਰ। ਅਤੇ ਭਾਈ ਸਾਹਿਬ ਕਹਿੰਦੇ ਤੋਸੋ ਨਾ ਨਾਥ, ਤੁਹਾਡੇ ਵਰਗਾ ਨਾਥ ਕੋਈ ਨਹੀਂ, ਅਤੇ ਅਨਾਥ ਨਾ ਮੋਸਰ। ਤੋਸੋ ਨਾ ਦਾਨੀ, ਤੁਹਾਡੇ ਵਰਗਾ ਦੁਨੀਆ 'ਤੇ ਦਾਨੀ ਕੋਈ ਨਹੀਂ,
ਨਾ ਮੋਸੋ ਭਿਖਾਰੀ, ਤੇ ਮੇਰੇ ਵਰਗਾ ਦੁਨੀਆ ਤੇ ਭਿਖਾਰੀ ਕੋਈ ਨਹੀਂ। ਦੁਨੀਆ ਵਿੱਚ ਜਦੋਂ ਭਿਖਾਰੀਆਂ ਦੀ ਗਿਣਤੀ ਆਊਗੀ ਮੈਂ ਇੱਕ ਨੰਬਰ 'ਤੇ ਆਊਂਗਾ, ਜਦੋਂ ਦਾਨੀਆਂ ਦੀ ਗੱਲ ਆਊਗੀ ਤੁਸੀਂ ਵੀ ਇੱਕ ਨੰਬਰ 'ਤੇ ਆਓਗੇ। ਹਰ ਬੰਦਾ ਜੇ ਇੱਦਾਂ ਸੋਚੇ ਤੇ। ਪਰ ਇੱਥੇ ਸਮਾਜ ਵਿੱਚ ਨਿੱਕੀਆਂ ਨਿੱਕੀਆਂ ਵਸਤੂਆਂ ਇੱਕ ਦੂਜੇ ਨੂੰ ਦੇ ਕੇ ਬੰਦਾ ਕੀ ਬਣ ਜਾਂਦਾ ਜੀ? ਬੋਲ ਕੇ ਦੱਸਿਓ। ਦਾਨੀ ਬਣ ਜਾਂਦਾ। ਨਹੀਂ, ਮੈਂ ਦਾਨੀ ਨਹੀਂ ਹਾਂ। ਮੈਂ ਤਾਂ ਕਈ ਵਾਰੀ ਇਹ ਕਹਿੰਦਾ ਮੈਂ ਕਿਸੇ ਨੂੰ ਖੂਨ ਦਾਨ ਕੀਤਾ। ਨਹੀਂ ਨਹੀਂ ਨਹੀਂ, ਮੈਂ ਦਾਨੀ ਥੋੜ੍ਹਾ। ਅੱਜ ਮੇਰੀ ਬੋਡੀ 'ਚ ਨੁਕਸ ਪੈ ਜਾਏ, ਜੇ ਖੂਨ ਨਾ ਬਣੇ ਮੈਂ ਦਾਨ ਕਿੱਥੋਂ ਕਰਨਾ? ਬੋਲ ਕੇ ਦੱਸਿਓ ਜੀ। ਇਹ ਤਾਂ ਉਹਦੀ ਰਹਿਮਤ ਹੈ ਕਿ ਤੈਨੂੰ ਮਾਲਕ ਨੇ ਤੰਦਰੁਸਤੀ ਬਖਸ਼ਿਸ਼ ਕੀਤੀ ਹੋਈ ਹੈ, ਉਹਦੀ ਵਡਿਆਈ ਹੈ। ਕਹਿੰਦੇ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ, ਮੇਰੇ ਵਰਗਾ ਦੀਨ ਕੋਈ ਨਹੀਂ। ਦਇਆਲ ਨਾ ਤੋਸਰ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਮੋਸੋ ਅਗਿਆਨ, ਮੇਰੇ ਵਰਗਾ ਦੁਨੀਆ ਤੇ ਅਗਿਆਨੀ ਕੋਈ ਨਹੀਂ। ਨਾ ਤੋਸੋ ਵਿਚਾਰੀ, ਤੁਹਾਡੇ ਵਰਗਾ ਦੁਨੀਆ ਤੇ ਵਿਚਾਰਵਾਨ ਕੋਈ ਨਹੀਂ। ਮੋਸੋ ਨਾ ਪਤਤ, ਮੇਰੇ ਵਰਗਾ ਵਕਾਰਾਂ 'ਚ ਡਿੱਗਿਆ ਕੋਈ ਪਤਤ ਕੋਈ ਨਹੀਂ ਸਮਾਜ ਵਿੱਚ। ਨਾ ਪਾਵਨ ਤੋਸਰ, ਤੇ ਤੁਹਾਡੇ ਵਰਗਾ ਪਾਵਨ ਨਹੀਂ ਦੁਨੀਆ ਤੇ ਕੋਈ, ਪਵਿੱਤਰ ਨਹੀਂ ਕੋਈ। ਮੋਸੋ ਨਾ ਪਤਤ ਨਾ ਪਾਵਨ ਤੋਸੋ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੁਹਾਡੇ ਵਰਗਾ ਵਿਚਾਰਵਾਨ ਕੋਈ ਨਹੀਂ। ਕਹਿੰਦੇ ਮੇਰੇ ਹੈ ਅਵਗੁਣ, ਮੈਂ ਔਗੁਣਾਂ ਨਾਲ ਭਰਿਆ, ਤੂੰ ਗੁਣ ਸਾਗਰ। ਜਿਵੇਂ ਬਾਣੀ 'ਚ ਨਹੀਂ ਸਤਿਗੁਰ ਨੇ ਕਿਹਾ, ਕਹਿੰਦੇ ਮਹਾਰਾਜ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਹਾਂ, ਪਰ ਤੁਹਾਡੇ ਤੇ ਮੇਰੇ 'ਚ ਫਰਕ ਪਤਾ ਕੀ ਆ? ਤੁਸੀਂ ਗੁਣਾਂ ਦੇ ਸਮੁੰਦਰ ਹੋ, ਮੈਂ ਔਗੁਣਾਂ ਦਾ ਸਮੁੰਦਰ ਹਾਂ। ਜਿੰਨਾ ਸਮੁੰਦਰ 'ਚ ਪਾਣੀ ਹੈ ਇੰਨੇ ਤੁਹਾਡੇ 'ਚ ਗੁਣ ਨੇ, ਜਿੰਨਾ ਸਮੁੰਦਰ 'ਚ ਪਾਣੀ ਹੈ ਇੰਨੇ ਮੇਰੇ 'ਚ, ਸਾਰੇ ਬੋਲੋ ਜੀ, ਇੰਨੇ ਮੇਰੇ 'ਚ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਅੱਗੇ ਪੜ੍ਹੋ ਕੀ ਹੈ? ਤੇਤੇ, ਜਿੰਨਾ ਸਮੁੰਦਰ 'ਚ ਪਾਣੀ ਹੈ, ਜਿੰਨੇ ਸਮੁੰਦਰ 'ਚ ਪਾਣੀ ਹੈ ਇੱਦਾਂ ਮੇਰੇ 'ਚ ਔਗਣ ਭਰੇ ਪਏ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਤੇ ਦੂਜੇ ਬੰਨੇ ਇਹ ਵੀ ਆਖਿਆ ਤੂੰ ਸਾਗਰ ਹੋ ਰਤਨਾਗਰ ਹੋ। ਤੁਸੀਂ ਸਾਗਰ ਹੋ ਪਰ ਕਾਹਦੇ? ਰਤਨਾਂ ਨਾਲ ਭਰੇ ਪਏ ਹੋ। ਅਸੀਂ ਔਗਣਾਂ ਨਾਲ ਭਰੇ ਪਏ ਹਾਂ, ਤੁਸੀਂ ਰਤਨਾਂ ਨਾਲ ਭਰੇ ਪਏ ਹੋ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਮੈਂ ਜਾ ਰਿਹਾ ਵਾਂ ਮਾੜਿਆਂ ਕੰਮਾਂ ਵਾਲੇ ਬੰਨੇ, ਮੈਨੂੰ ਜਾਂਦੇ ਨੂੰ ਆਸਰਾ ਤੁਹਾਡਾ ਕਿ ਤੁਸੀਂ ਮੈਨੂੰ ਖਿੱਚ ਕੇ ਚੰਗੇ ਬੰਨੇ ਲਾ ਲੈਣਾ ਹੈ। ਹਮਸਰ ਦੀਨ ਦਇਆਲ ਨਾ ਤੋਸਰ, ਰੋਜ਼ ਵਹਿ ਰਹੀ ਹੈ ਦੁਨੀਆ। ਬੜਾ ਪਿਆਰਾ ਵਾਕ ਹੈ ਜਦੋਂ ਅਸੀਂ ਬਾਣੀ 'ਚ ਪੜ੍ਹਦੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਜਿਵੇਂ ਕੋਈ ਬੰਦਾ ਨਦੀ 'ਚ ਰੁੜ ਰਿਹਾ ਹੋਵੇ ਤੇ ਉਹਨੂੰ ਲੋਕ ਕਹਿੰਦੇ ਆਓ ਇਹਨੂੰ ਬਚਾਓ ਭਾਈ, ਕੋਈ ਪੱਗ ਸੁੱਟੋ, ਕੋਈ ਰੱਸਾ ਸੁੱਟੋ, ਕੋਈ ਚੀਜ਼ ਫੜਾਓ, ਇਹਨੂੰ ਖਿੱਚ ਕੇ ਬਾਹਰ ਲਾਓ, ਕੋਈ ਤਾਰੂ ਜਾਵੇ, ਕੋਈ ਚੁੱਭੀ ਮਾਰਨ ਵਾਲਾ ਜਾਵੇ, ਇਹਨੂੰ ਖਿੱਚ ਕੇ ਬਾਹਰ ਲਾਓ ਭਾਈ, ਡੁੱਬਦੇ ਨੂੰ ਬਚਾਓ। ਬਾਹਰ ਦੀ ਨਦੀ 'ਚੋਂ ਤੇ ਕੋਈ ਬਚਾ ਲੂ, ਪਰ ਬੰਦੇ ਦੇ ਅੰਦਰ ਚਾਰ ਨਦੀਆਂ ਵਹਿ ਰਹੀਆਂ ਨੇ, ਹੰਸ, ਹਿੰਸਾ, ਹੇਤ। ਹੇਤ, ਹੇਤ ਦਾ ਅਰਥ ਹੈ ਮੋਹ। ਹੰਸ, ਹੇਤ, ਲੋਭ, ਲਾਲਚ, ਕੋਪ, ਕ੍ਰੋਧ, ਚਾਰੇ ਨਦੀਆਂ ਅੱਗ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਇਹ ਚਾਰੇ ਨਦੀਆਂ ਇੱਦਾਂ ਦੀਆਂ ਜਿਹਦੇ ਅੰਦਰ ਇੱਕ ਨਦੀ ਹੋਏਗੀ ਬਾਕੀ ਤਿੰਨ ਨਦੀਆਂ ਹੋਣੀਆਂ ਸੁਭਾਵਿਕ ਹੀ ਨੇ। ਇਹ ਨਦੀਆਂ ਵਿੱਚ ਸਮਾਜ ਰੁੜ ਰਿਹਾ। ਆਹ ਕੱਲ੍ਹ ਦੀ ਘਟਨਾ ਹੈ ਨਾ ਲੁਧਿਆਣੇ ਦੀ, ਜਿੱਥੇ ਇੱਕ ਤਾਏ ਵੱਲੋਂ ਆਪਣੇ ਹੀ ਛੋਟੇ ਭਰਾ ਦੇ ਬੇਟੇ ਦਾ, ਬੋਲੋ ਜੀ, ਕਤਲ ਕੀਤਾ ਗਿਆ। ਸਹਿਜਪ੍ਰੀਤ ਸਿੰਘ ਜਿਹੜਾ ਛੋਟਾ ਜਿਹਾ ਮਾਸੂਮ ਬੱਚਾ, 7-8 ਸਾਲ ਦਾ ਉਹ ਬੱਚਾ ਹੈ, ਕਿੰਨੀ ਸੋਹਣੀ ਉਹਨੇ ਦਸਤਾਰ ਸਿਰ 'ਤੇ ਸਜਾਈ ਹੈ। ਅਤੇ ਉਹ ਦੱਸਣ ਵਾਲੇ ਦੱਸਦੇ ਵੀ ਲਾਗੇ ਗੁਰਦੁਆਰੇ ਆਣ ਕੇ ਉਹ ਸੇਵਾ ਵੀ ਕਰਦਾ ਸੀ। ਜਿੱਦਾਂ ਬੱਚਾ ਪਿਆਰਾ ਕੀਰਤਨ ਨਹੀਂ ਹੁਣੇ ਕਰਕੇ ਗਿਆ ਮਾਸੂਮ ਬੱਚਾ, ਤੇ ਦੁਸ਼ਮਣ ਦਾ ਵੀ ਹੋਵੇ ਉਹਨੂੰ ਵੀ ਮਾਰ ਲੱਗਿਆ 100 ਵਾਰ ਬੰਦਾ ਸੋਚਦਾ। ਬੰਦਾ ਸਿੰਘ ਬਹਾਦਰ, ਜਦੋਂ ਦੁਸ਼ਮਣਾਂ ਨੇ ਉਹਨੂੰ ਕਿਹਾ ਕਿ ਆਹ ਤੇਰਾ ਬੱਚਾ ਹੈ, ਇਹਦਾ ਆਪਣੇ ਹੱਥੀਂ ਦਿਲ ਕੱਢ, ਤੇ ਬਾਬਾ ਬੰਦਾ ਸਿੰਘ ਬਹਾਦਰ ਬੜੇ ਪਿਆਰ ਨਾਲ ਜਵਾਬ ਦਿੰਦੇ ਨੇ, ਕਹਿੰਦੇ ਉਹ ਕਮਲਿਓ, ਇਹ ਤਾਂ ਮੇਰਾ ਆਪਣਾ ਖੂਨ ਹੈ, ਤੁਸੀਂ ਮੈਨੂੰ ਦੁਸ਼ਮਣ ਦਾ ਬੱਚਾ ਵੀ ਲਿਆ ਕੇ ਦੇ ਦਿਓ ਨਾ, ਕਹੋ ਵੀ ਉਹਦਾ ਦਿਲ ਕੱਢ, ਮੈਂ ਉਹਦਾ ਵੀ ਦਿਲ ਨਹੀਂ ਕੱਢਾਂਗਾ। ਮੈਂ ਨਾ ਕੋਈ ਗੁਨਾਹ ਕਰਨ ਵਾਲਾ ਇਨਸਾਨ ਨਹੀਂ ਹਾਂ। ਦੁਸ਼ਮਣ ਦਾ ਬੱਚਾ ਵੀ, ਤੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਰਹਿਣ ਵਾਲਾ, ਜਿਹਦੇ ਭਰਾ ਨਾਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਬਾਹਰ ਮੈਦਾਨੇ ਜੰਗ ਵਿੱਚ ਖਤਮ ਕੀਤਾ ਸੀ। ਅਤੇ ਉਹਨੂੰ ਕਿਹਾ ਗਿਆ ਵੀ ਤੂੰ ਆਪਣੇ ਭਰਾ ਦਾ ਬਦਲਾ ਲੈ ਲੈ, ਸਾਹਿਬਜ਼ਾਦੇ ਨੂੰ ਨੀਹਾਂ ਚਿਣ ਕੇ। ਅਤੇ ਉਹਨੇ ਕੀ ਮਾਰਿਆ? ਹਾ ਦਾ ਨਾਰਾ। ਅੱਜ ਵੀ ਮਲੇਰਕੋਟਲੇ ਜਾਓ, ਉਹਦੇ ਨਾਂ 'ਤੇ ਗੁਰਦੁਆਰਾ ਬਣਿਆ, ਹਾ ਦਾ ਨਾਰਾ ਮਾਰਿਆ। ਉਹ ਕਹਿੰਦਾ ਠੀਕ ਹੈ, ਮੇਰੇ ਭਰਾ ਦੇ ਨਾਲ ਜੋ ਪ੍ਰੋਬਲਮ ਸੀ, ਮੇਰੇ ਭਰਾ ਨੂੰ ਖਤਮ ਕੀਤਾ, ਮੈਂ ਮੈਦਾਨੇ ਜੰਗ ਵਿੱਚ ਬਦਲਾ ਲਵਾਂਗਾ, ਪਰ ਇੱਥੇ ਮੈਂ ਇਹਨਾਂ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਨਹੀਂ ਕਰਾਂਗਾ।
ਉਹਨੇ ਕਿਹਾ ਇਹ ਕੰਮ ਨਹੀਂ ਕਰਾਂਗਾ। ਇਹ ਕਿਹੜੀ ਨਸਲ ਦੇ ਲੋਕ ਹੋਣਗੇ ਜਿਹੜੇ ਆਪਣੇ ਖੂਨ ਪਰਿਵਾਰ ਦੇ ਜੀ। ਸੋਚ ਕੇ ਵੇਖੋ, ਭਰਾ ਦਾ ਬੱਚਾ ਤੇ ਆਪਣੇ ਬੱਚਿਆਂ ਵਰਗਾ ਹੀ ਹੁੰਦਾ ਹੈ। ਤਾਏ ਦਾ ਭਰਾ ਦਾ, ਵੱਡੇ ਭਰਾ ਦਾ ਬੱਚਾ, ਛੋਟੇ ਭਰਾ ਦਾ ਬੱਚਾ, ਕੋਈ ਫਰਕ ਹੁੰਦਾ ਹੈ ਜੀ? ਤੇ ਕਾਰਨ ਕੀ ਹੋਏਗਾ? ਕੋਈ ਜਾਇਦਾਦ ਹੋ ਸਕਦਾ ਹੈ ਕਾਰਨ, ਜਾਂ ਕੋਈ ਮੈਨੂੰ ਕੋਈ ਗੱਲ ਕਹਿ ਦਿੱਤੀ, ਕਾਰਨ ਇਹੋ ਹੀ ਨੇ। ਕਾਰਨ ਕੋਈ ਵੱਡੇ ਥੋੜ੍ਹਾ। ਮਾਸੂਮ ਬੱਚੇ ਨੂੰ ਜਾ ਕੇ ਮਾਰ ਕੇ ਤੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਹੁਣ ਇਹ ਚਾਰੇ ਨਦੀਆਂ ਵਹਿ ਰਹੀਆਂ। ਹੰਸ ਦਾ ਅਰਥ ਹੈ ਹਿੰਸਾ, ਹਿੰਸਕ ਹੋਣਾ, ਮਾਰ ਦੇਣਾ, ਹਿੰਸਕ ਹੋਣਾ। ਹੰਸ, ਹੇਤ ਕਹਿੰਦੇ ਨੇ ਮੋਹ ਨੂੰ। ਹੁਣ ਮੋਹ ਹੈਗਾ ਸੀ ਤਾਂ ਹੀ ਹਿੰਸਕ ਹੋਇਆ ਨਾ, ਕਿਉਂਕਿ ਉਹ ਆਪਣੇ ਨੂੰ ਨਹੀਂ ਮਾਰਿਆ ਉਹਨੇ ਕਿਸੇ ਨੂੰ, ਕਿਉਂਕਿ ਮੋਹ ਸੀ ਨਾ, ਅਟੈਚਮੈਂਟ ਸੀ। ਆਪਣੇ ਨੂੰ ਨਹੀਂ ਮਾਰਿਆ। ਭਰਾ ਦੇ ਬੱਚੇ ਨੂੰ ਕਿਉਂ ਮਾਰਿਆ? ਕਿਉਂਕਿ ਇੱਧਰ ਮੋਹ ਸੀ, ਹਿੰਸਕ ਸੀ। ਤੇ ਹੇਤ ਸੀ, ਹੇਤ ਲੋਭ, ਲਾਲਚ ਸੀ। ਜਾਇਦਾਦ ਕਾਰਨ ਹੋ ਸਕਦਾ, ਕਾਰਨ ਕਈ ਲੱਭ ਜਾਣੇ ਨੇ। ਹੰਸ, ਹੇਤ, ਲੋਭ, ਕੋਪ ਕਹਿੰਦੇ ਕ੍ਰੋਧ ਨੂੰ। ਕਿੰਨਾ ਕ੍ਰੋਧ ਆਇਆ ਹੋਵੇਗਾ ਜਦੋਂ ਆਪਣੇ ਭਰਾ ਦੇ ਬੱਚੇ ਉੱਤੇ ਹੀ ਇਹ ਵਾਰ ਕੀਤਾ ਹੋਵੇਗਾ। ਸੋਚ ਕੇ ਵੇਖੋ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਆਏ ਦਿਨ ਆਪਾਂ ਕੋਈ ਨਾ ਕੋਈ ਇੱਦਾਂ ਦੀ ਅਣਸਖਾਵੀਂ ਘਟਨਾ ਜਿਹੜੀ ਹੈ ਉਹ ਸਾਡੇ ਸਮਾਜ ਵਿੱਚ ਵਾਪਰਦੀ ਹੈ। ਅਤੇ ਮੈਂ ਕੱਲ੍ਹ ਦਾ ਵੇਖ ਰਿਹਾ ਸੀ, ਪਤਾ ਲੋਕ ਲਿਖ ਕੇ ਕੀ ਪੁੱਛਦੇ ਨੇ, ਇਹ ਤਾਏ ਚਾਚੇ ਕਿਸੇ ਦੇ ਨਹੀਂ ਬਣਦੇ। ਇਹ ਗੱਲਾਂ ਗਲਤ ਨੇ। ਅੱਜ ਵੀ ਸਮਾਜ ਵਿੱਚ ਐਸੇ ਲੋਕ ਹੈਗੇ ਨੇ ਜਿਹੜੇ ਆਪਣੇ ਬੱਚਿਆਂ ਨਾਲੋਂ ਆਪਣੇ ਭਰਾ ਦੇ ਬੱਚਿਆਂ ਦਾ ਜ਼ਿਆਦਾ ਕਰਦੇ। ਕਿਤੇ ਦੁਨੀਆ ਦੇ ਅੰਦਰ ਚੰਗੇ ਇਨਸਾਨ ਮੁੱਕ ਥੋੜ੍ਹਾ ਗਏ ਨੇ। ਤੁਹਾਡੇ ਵਿੱਚ ਕਈ ਇਨਸਾਨ ਇੱਦਾਂ ਦੇ ਬੈਠੇ ਹੋਣੇ ਨੇ, ਜਿਹੜੇ ਕਈ ਦਰਾਣੀਆਂ ਜਠਾਣੀਆਂ ਇੱਦਾਂ ਦੀਆਂ ਬੈਠੀਆਂ ਹੋਣੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨਾਲੋਂ ਵੱਧ ਆਪਣੀ ਜਠਾਣੀ ਅਤੇ ਆਪਣੀ ਦਰਾਣੀ ਦੇ ਬੱਚੇ ਨਾਲ ਵੱਧ ਪਿਆਰ ਕਰਦੀਆਂ ਹੋਣਗੀਆਂ। ਸਮਾਜ ਵਿੱਚੋਂ ਕਿਤੇ ਚੰਗਿਆਈ ਮਰ ਥੋੜ੍ਹਾ ਗਈ ਹੈ। 2-4 ਕਿਸਮ ਦੇ ਇੱਦਾਂ ਦੇ ਭੇੜੀਏ ਕਿਸਮ ਦੇ ਲੋਕ ਹੋਣ, ਸਾਰੇ ਸਮਾਜ ਨੂੰ ਇੱਕੇ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਪਰ ਸਮਾਜ ਵਿੱਚ ਇੱਦਾਂ ਦੇ ਬਹਿਰੂਪੀਏ ਭੇੜੀਏ ਕਿਸਮ ਦੇ। ਅਤੇ ਹੁਣ ਸਟੇਟਮੈਂਟਾਂ ਕਿਹੜੀਆਂ ਆ ਰਹੀਆਂ ਨੇ? ਇਹ ਮੈਂਟਲੀ ਅਪਸੈਟ ਸੀ, ਇਹ ਠੀਕ ਨਹੀਂ ਸੀ, ਡਿਪਰੈਸ਼ਨ ਦਾ ਸ਼ਿਕਾਰ ਸੀ, ਇੱਦਾਂ ਦੇ ਸ਼ਬਦ ਆ ਰਹੇ ਨੇ। ਜੇ ਮੈਂਟਲੀ ਅਪਸੈਟ ਸੀ, ਇਹ ਤਾਂ ਜਿਵੇਂ ਨਸ਼ੇੜੀ ਬੰਦੇ ਬਾਰੇ ਨਹੀਂ ਕਹਿੰਦੇ, ਉਹ ਕਿਸੇ ਦੀ ਕੋਈ ਚੀਜ਼ ਚੋਰੀ ਕਰਕੇ ਲੈ ਆਵੇ ਤੇ ਆਮ ਕਹਿੰਦੇ ਜੀ ਨਸ਼ੇ 'ਚ ਲੈ ਆ ਚੀਜ਼ ਚੋਰੀ ਕਰਕੇ। ਕਦੀ ਕਿਸੇ ਬੰਦੇ ਨੇ ਨਸ਼ੇ 'ਚ ਆਪਣੇ ਘਰ ਦੀ ਵਸਤੂ ਬਾਹਰ ਸੁੱਟੀ ਹੈ? ਕਿਉਂ ਸਾਧ ਸੰਗਤ ਜੀ? ਨਸ਼ੇ 'ਚ ਬਾਹਰੋਂ ਹੀ ਚੀਜ਼ਾਂ ਘਰ ਨੂੰ ਲੈ ਕੇ ਆਉਂਦਾ, ਘਰ ਦੀ ਚੀਜ਼ ਤੇ ਕਦੀ ਬਾਹਰ ਸੁੱਟੀ ਨਹੀਂ। ਜਾਂ ਤਾਂ ਕਦੇ ਵੀ ਘਰ ਦੀ ਚੀਜ਼। ਹੁਣ ਜਿਹੜੇ ਬੰਦੇ ਨੂੰ ਇਹ ਕਿਹਾ ਜਾ ਰਿਹਾ ਜੀ ਇਹ ਮੈਂਟਲੀ ਅਪਸੈਟ ਹੈ, ਆਪਣੇ ਪਰਿਵਾਰ ਦੇ ਕਿਸੇ ਜੀਅ 'ਤੇ ਹਮਲਾ ਕਿਉਂ ਨਹੀਂ ਕੀਤਾ? ਭਰਾ ਦੇ ਬੱਚੇ 'ਤੇ ਕਿਉਂ ਹਮਲਾ ਹੋਇਆ? ਜਾਂ ਤਾਂ ਕਦੀ ਆਪਣੇ ਬੱਚੇ ਉੱਤੇ ਵੀ ਵਾਰ ਕੀਤਾ ਹੁੰਦਾ, ਫਿਰ ਮੰਨਦੇ ਜੀ ਇਹ ਤਾਂ ਪਹਿਲਾਂ ਵੀ 2-4 ਵਾਰ ਘਟਨਾ ਵਾਪਰ ਚੁੱਕੀ ਸੀ। ਕੀ ਇਸ ਘਟਨਾ ਤੋਂ ਬਾਅਦ ਸਮਾਜ 'ਚੋਂ ਘਟਨਾਵਾਂ ਵਾਪਰਨੀਆਂ ਮੁੱਕ ਜਾਣਗੀਆਂ ਭਲਾ? ਕਿਤੇ ਰੋਜ਼ ਹੀ ਇੱਕ ਅੱਧੀ ਖਬਰ ਸਾਡੇ ਸਾਹਮਣੇ ਆ ਜਾਂਦੀ ਹੈ। ਕਿਤੇ ਕੋਈ ਕਿਸੇ ਨੂੰ ਮਾਰ ਰਿਹਾ, ਕੋਈ ਕਿਤੇ ਖ਼ਤਮ ਕਰ ਰਿਹਾ। ਅਜੇ ਕੀ ਲੱਗਦਾ ਨਹੀਂ ਇਹ ਚੀਜ਼ਾਂ ਵੇਖ ਕੇ ਸਤਿਗੁਰ ਦੀ ਬਾਣੀ ਜਿਹੜੀ ਕਹਿ ਰਹੀ ਸੀ ਕਿ ਬੰਦਿਆ ਤੇਰੇ ਅੰਦਰ ਪਸ਼ੂ ਬੈਠੇ ਨੇ, ਇਹਨਾਂ ਪਸ਼ੂਆਂ ਨੂੰ ਮਾਰਨਾ ਹੈ। ਜਿਹੜੇ ਪਸ਼ੂ ਤੇਰੇ ਕੋਲੋਂ ਗਲਤ ਕੰਮ ਕਰਾਉਂਦੇ ਆ ਨਾ, ਇਹਨਾਂ ਪਸ਼ੂ ਨੂੰ ਮਾਰਨਾ ਹੀ ਤੇਰਾ ਮਨੁੱਖਾ ਜਨਮ ਦਾ ਪਹਿਲਾ ਮਨੋਰਥ ਹੈ। ਪਸ਼ੂ ਮਾਰ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭੈ ਸ਼ਰੋਤੇ। ਜਿਹੜੇ ਬੰਦੇ ਦੇ ਅੰਦਰ ਪਸ਼ੂ ਬੈਠੇ ਆ ਨਾ, ਇਹ ਜਦੋਂ ਸ਼ਰੋਤੇ ਬਣ ਗਏ ਉਦੋਂ ਇਹਨੇ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ। ਨਹੀਂ ਤੇ ਇਹਦੇ ਅੰਦਰ ਦਾ ਇਹਦਾ ਪਸ਼ੂ ਇਹਨੂੰ ਗੁਰੂ ਦੇ ਕੋਲ ਬੈਠਣ ਨਹੀਂ ਦਿੰਦਾ। ਇਹ ਉਹ ਪੰਜਾਬ ਹੈ ਜਿਹੜਾ ਪੰਜਾਬ ਆਪ ਭੁੱਖਾ ਰਹਿ ਕੇ ਦੂਜਿਆਂ ਨੂੰ ਖਵਾਉਂਦਾ ਸੀ। ਇਹ ਉਹ ਲੋਕ ਸਨ ਜਿਹੜੇ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਸਵਾਰਦੇ ਸਨ। ਇਹ ਉਹ ਪੰਜਾਬੀ ਸਨ ਜਿਹੜਾ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਭਲਾ ਕਰਦੇ ਸਨ। ਅੱਜ ਅਸੀਂ ਪਦਾਰਥਵਾਦੀ ਯੁੱਗ ਅੰਦਰ ਕਿੱਥੇ ਪਹੁੰਚ ਗਏ? ਆਪਣਿਆਂ ਦੇ ਖੂਨ ਦੇ ਪਿਆਸੇ ਬਣ ਕੇ ਬਹਿ ਗਏ। ਜਦੋਂ ਔਰਤ ਦਾ ਪਤੀ ਚੜ੍ਹਾਈ ਕਰਦਾ ਹੈ ਨਾ, ਉਹ ਰੋਂਦੀ ਹੈ ਕਿ ਮੇਰੇ ਸਿਰ ਤੋਂ ਮੇਰਾ ਸਾਈਂ ਦਾ ਸਾਇਆ ਉੱਠ ਗਿਆ। ਪਰ ਬਾਣੀ 'ਚ ਪਤਾ ਕੀ ਲਿਖਿਆ? ਇੱਕ ਐਸੀ ਔਰਤ ਹੈ ਜਿਹੜੇ ਪਤੀ ਮਰਨ 'ਤੇ ਰੋਂਦੀ ਨਹੀਂ, ਸਗੋਂ ਹੱਸਦੀ ਹੈ, ਖੁਸ਼ ਹੁੰਦੀ ਹੈ। ਉਹ ਕਿਹੜੀ ਹੈ? ਸੁਣਿਓ ਬਾਣੀ 'ਚ ਕੀ ਲਿਖਿਆ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਜਦੋਂ ਖਸਮ ਮਰਦਾ ਤੇ ਨਾਰ ਨਹੀਂ ਰੋਂਦੀ। ਕਿਹੜੀ ਨਾਰ ਹੈ? ਉਹ ਜਾਇਦਾਦ ਰੂਪੀ ਔਰਤ ਹੈ। ਕਦੀ ਜ਼ਮੀਨ ਬੰਦੇ ਨੂੰ ਰੋਂਦੀ ਵੇਖੀ ਜੀ? ਬੋਲ ਕੇ ਦੱਸਿਓ। ਜ਼ਮੀਨ ਪਿੱਛੇ ਬੰਦਾ ਬੰਦੇ ਨੂੰ ਮਾਰ ਦਿੰਦਾ। ਕਦੀ ਜ਼ਮੀਨ ਵੀ ਰੋਂਦੀ ਵੇਖੀ ਬੰਦੇ ਨੂੰ? ਕਦੀ ਘਰ ਵੀ ਬੰਦੇ ਨੂੰ ਰੋਂਦਾ ਵੇਖਿਆ? ਜਿਹੜੇ ਘਰ ਬਦਲੇ, ਜਿਹੜੀ ਕੰਧ ਸਿੱਧੀ ਕਰਨ ਬਦਲੇ ਤੂੰ ਆਪਣੇ ਭਰਾ ਦਾ ਕਤਲ, ਭਰਾ ਦੇ ਬੱਚੇ ਦਾ ਕਤਲ ਕਰ ਦਿੱਤਾ। ਮਜ਼ਾ ਤੇ ਤਾਂ ਜੋ ਕੰਧਾਂ ਰੋਣ ਤੈਨੂੰ। ਉਹ ਕਹਿੰਦੀ ਚੰਗਾ ਹੋਇਆ ਜੇ ਗਲੋਂ ਲੈ ਗਿਆ ਤੂੰ। ਤੁਹਾਡੀ ਜੇਬ ਵਿੱਚ ਕੋਈ ਪੈਸਾ ਹੈ, ਤੁਹਾਡੇ ਗੁੱਟ 'ਤੇ ਕੋਈ ਤੁਸੀਂ ਕੜਾ ਪਾਇਆ ਹੈ, ਤੁਸੀਂ ਕਹੋ ਜੀ ਜਦੋਂ ਮੈਂ ਮਰ ਗਿਆ ਕੜੇ ਨੇ ਰੋਣਾ ਹੈ। ਨਾ 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 ਨਾ, ਮਰਨ ਦੀ ਦੇਰ ਹੈ। ਅਗਲਿਆਂ ਸਮਾਨ ਉਸ ਵੇਲੇ ਲਾ ਕੇ ਤੁਹਾਡੀ ਬੋਡੀ ਨਾਲੋਂ ਪਰਾਂ ਕਰ ਲੈਣਾ।
ਇਹਨੇ ਨਹੀਂ ਰੋਣਾ, ਕਿਉਂਕਿ ਇਹਨੂੰ ਪਤਾ ਜਿਹਨੇ ਮੈਨੂੰ ਗਲ ਪਾ ਲਿਆ। ਹੁਣ ਟਰੈਕਟਰ ਹੈ, ਜਿਹੜਾ ਟਰੈਕਟਰ 'ਤੇ ਸਵਾਰੀ ਕਰਦਾ, ਜਿਹੜਾ ਉਹਦੇ ਨਾਲ ਪੈਲੀ ਵਾਹੁੰਦਾ, ਮਾਲਕ ਉਹਦਾ ਉਹ ਆ। ਜਿਵੇਂ ਆਮ ਨਹੀਂ ਕਹਿੰਦੇ ਜਿਸ ਕੀ ਲਾਠੀ, ਉੱਚੀ ਬੋਲੋ ਜੀ, ਜਿਸ ਕੀ ਲਾਠੀ ਉਸ ਕੀ ਭੈਂਸ। ਹਥਿਆਰਾਂ ਦੀ ਪੂਜਾ ਕਰਦੇ ਨੇ। ਹਥਿਆਰ ਦੀ ਪੂਜਾ ਦਾ ਮਤਲਬ ਕੀ ਰਹਿ ਗਿਆ? ਹਥਿਆਰ ਤੇ ਜਿਹਦਾ ਉਹਦਾ ਹੈ। ਤੁਸੀਂ ਹਥਿਆਰ ਦੀਆਂ ਰੋਜ਼ ਆਰਤੀਆਂ ਕਰੀ ਜਾਓ, ਵੈਪਨ ਦੀਆਂ ਰੋਜ਼ ਆਰਤੀਆਂ ਕਰੀ ਜਾਓ, ਪਰ ਜਦੋਂ ਅਗਲੇ ਨੇ ਫੜ ਕੇ ਚਲਾਉਣਾ, ਉਹਨੇ ਇਹ ਥੋੜ੍ਹਾ ਵੇਖਣਾ ਵੀ ਇਹ ਰੋਜ਼ ਮੱਥੇ ਟੇਕਦਾ ਸੀ ਮੈਨੂੰ। ਉਹ ਤਾਂ ਜਿਹਦੇ ਹੱਥ ਗਿਆ ਉਹਦਾ ਹੈ, ਸਾਡਾ ਨਹੀਂ। ਉਹ ਬਹੁਤ ਵਾਰੀ ਹੁੰਦਾ, ਕਈ ਵਾਰੀ ਦੁਸ਼ਮਣਾਂ ਦੀਆਂ, ਤੁਹਾਡੇ ਵਿੱਚ ਕਈ ਆਰਮੀ 'ਚ ਜੌਬ ਕਰਨ ਵਾਲੇ ਵੀਰ ਹੋਣਗੇ, ਕਈ ਵਾਰੀ ਆਪਾਂ ਦੂਜੇ ਦੇ ਏਰੀਏ ਜਾ ਕੇ ਵੀ ਉੱਥੇ ਅਟੈਕ ਕਰਕੇ ਉਹਨਾਂ ਦੇ ਵੈਪਨ ਫੜ ਕੇ ਅਗਲੇ ਵਾਰ ਕਰਦੇ ਸੀ। ਵੈਪਨ ਤੇ ਉਹਦਾ ਜਿਹਦੇ ਕੋਲ ਹੈਗਾ ਹੈ। ਕਈ ਵਾਰੀ ਆਪਾਂ ਵੈਪਨ 24 ਘੰਟੇ ਆਪਣੇ ਕੋਲ ਰੱਖਦੇ ਹਾਂ, 4 ਬੰਦੇ ਘੇਰ ਕੇ ਤੁਹਾਡਾ ਵੈਪਨ ਫੜ ਕੇ ਤੁਹਾਨੂੰ ਮਾਰ ਸਕਦੇ। ਮੈਂ ਕਹਾਂ ਜੀ ਮੈਂ ਤੇ ਪੂਜਾ ਕਰਦਾ ਉਹਦੀ ਰੋਜ਼ ਉੱਠ ਕੇ ਸਵੇਰੇ, ਮੈਂ ਤੇ ਆਰਤੀਆਂ ਉਤਾਰਦਾ। ਇਹ ਹਥਿਆਰਾਂ ਦੀ ਪੂਜਾ ਸਾਡਾ ਕਨਸੈਪਟ ਨਹੀਂ ਸੀ, ਪਰ ਬਹੁਤ ਕੁਝ ਸਾਡੇ ਦਿਮਾਗ ਵਿੱਚ ਪਾ ਦਿੱਤਾ ਗਿਆ। ਹਥਿਆਰ ਤੇ ਉਹਦਾ ਜਿਹਦੇ ਕੋਲ ਹੈ, ਜਿਹਨੇ ਵਰਤ ਲਿਆ, ਪੰਜਾਬੀ 'ਚ ਕਹੀਏ ਜਿਹਨੇ ਵਰਤ ਲਿਆ ਉਹਦਾ। ਪਰ ਅਸੀਂ ਅੱਜ ਬੈਠੇ ਕਿੱਥੇ? ਅੱਜ ਸਾਡਾ ਸਮਾਜ ਖਲੋਤਾ ਕਿੱਥੇ? ਤੇ ਸੇਮ ਕਹਾਣੀ ਉਹ ਹੋ ਗਈ ਜਿਵੇਂ ਕਹਿੰਦੇ ਕਿਸੇ ਬੰਦੇ ਦੇ ਕੋਲ ਵੈਪਨ ਸੀ, ਉਹਨੂੰ ਚੋਰਾਂ ਨੇ, ਰਸਤੇ 'ਚ ਡਾਕੂਆਂ ਨੇ ਘੇਰ ਲਿਆ। ਉਹਨੂੰ ਕਹਿੰਦੇ ਵੀ ਲਿਆ ਕੱਢ ਜੋ ਤੇਰੇ ਕੋਲ ਕੁਝ ਹੈਗਾ। ਉਹਨੂੰ ਕਹਿੰਦੇ ਜੋ ਤੇਰੇ ਕੋਲ ਹੈਗਾ ਕੱਢ ਦੇ। ਵਿਚਾਰੇ ਕੋਲ ਜੋ ਸੀ, ਪਰਸ ਸੀ, ਜੋ ਉਹਦੇ ਕੋਲ ਘੜੀ ਸੀ, ਉਹਨੇ ਕੱਢਤੀ। ਜਦੋਂ ਅਖੀਰ ਤੇ ਗੱਲ ਆਈ, ਕਹਿੰਦਾ ਹੋਰ ਕੁਝ ਹੈਗਾ? ਤਾਂ ਮਗਰੋਂ ਆਂਦਾ ਜੀ ਮੇਰੇ ਕੋਲ ਰਿਵਾਲਵਰ ਹੈਗਾ। ਉਹ ਆਂਦਾ ਲਿਆ ਵੀ ਫੜਾ। ਆਂਦਾ ਨਹੀਂ ਰਹਿਣ ਦਿਓ, ਇਹ ਲੋੜ ਪੈਣ 'ਤੇ ਕਿਤੇ ਕੰਮ ਆ ਜਾਂਦਾ। ਉਹ ਹੱਸ ਪਏ ਸਾਰੇ ਜਾਣੇ, ਕਹਿੰਦੇ ਇਹ ਤੋਂ ਵੱਡੀ ਲੋੜ ਕਿਹੜੀ ਪੈਣੀ ਤੈਨੂੰ? ਆਂਦਾ ਇਹ ਤੋਂ ਵੱਡੀ ਤੈਨੂੰ ਲੋੜ ਕਿਹੜੀ ਪੈਣੀ ਹੈ? ਵੀ ਜੇ ਤੂੰ ਨਾ ਲੋੜ ਪੈਣ 'ਤੇ ਕੰਮ ਆ ਜਾਣਾ, ਇਹ ਤੋਂ ਵੱਡੀ ਤੈਨੂੰ ਲੋੜ ਕਦੋਂ ਪੈਣੀ ਹੈ? ਮਾਫ਼ ਕਰਨਾ, ਸਾਡੇ ਨਾਲ ਵੀ ਇਹੋ ਕੁਝ ਵਾਪਰਦਾ। ਅਸੀਂ ਪਾਠ ਕੀਤਾ, ਗੁਰਦੁਆਰੇ ਗਏ, ਬਾਣੀ ਪੜ੍ਹੀ, ਸਭ ਕੁਝ ਕੀਤਾ। ਕਹਿੰਦੇ ਜੀ ਕਾਹਦੇ ਨਹੀਂ ਬਾਣੀ ਪੜ੍ਹੀ? ਲੋੜ ਪੈਣ 'ਤੇ ਕੰਮ ਆਜੂ। ਬਾਣੀ ਨੇ ਜ਼ਿੰਦਗੀ ਸਵਾਰਨੀ ਹੈ। ਜਿਹੜੀ ਵਕਤ, ਕੋਈ ਹਥਿਆਰ, ਕੋਈ ਚੀਜ਼ ਜਿਹੜੀ ਲੋੜ ਪੈਣ 'ਤੇ ਤੁਹਾਡੀ ਕੰਮ ਨਾ ਆਈ, ਉਹ ਤੁਹਾਡੀ ਆਪਣੀ ਕਾਹਦੀ ਹੋਈ ਭਾਈ? ਤੁਹਾਡੀ ਆਪਣੀ ਚੀਜ਼ ਉਹ ਆ ਜਿਹੜੀ ਤੁਸੀਂ ਵਰਤ ਲਈ। ਹਥਿਆਰ ਭਾਵੇਂ ਡੰਡਾ ਹੀ ਹੋਵੇ, ਲੋੜ ਪੈਣ ਤੇ ਵਰਤ ਲਿਆ, ਉਹ ਵੈਪਨ ਤੋਂ ਉੱਤੇ ਕੰਮ ਹੋ ਜਾਂਦਾ ਹੈ। ਜੇ ਵਰਤਿਆ ਨਾ ਹੋਵੇ ਤਾਂ ਭਾਵੇਂ ਤੁਹਾਡੇ ਕੋਲ ਵੈਪਨ ਜਿਹੜਾ ਮਰਜ਼ੀ ਮਹਿੰਗਾ ਹੋਵੇ। ਅੱਜ ਸਾਡਾ ਸਮਾਜ ਪਦਾਰਥ, ਅੱਜ ਪਦਾਰਥਾਂ ਨਾਲ ਪਿਆਰ ਪਾਇਆ ਜਾ ਰਿਹਾ ਹੈ। ਅੱਜ ਬੰਦਾ ਇੱਕ ਦੂਜੇ ਦੀ ਜੇਬ ਵੱਲ ਵੇਖਦਾ। ਬਾਣੀ 'ਚ ਲਿਖਿਆ ਦਰਸ਼ਨ ਦੇਖੇ ਦਇਆ ਨਾ ਹੋਏ। ਬੰਦਾ ਬੰਦੇ ਨੂੰ ਵੇਖ ਕੇ ਦਇਆ ਥੋੜ੍ਹਾ ਵਰਤ ਰਿਹਾ। ਲਏ ਦਿੱਤੇ ਬਿਨ ਰਹੇ ਨਾ ਕੋਏ। ਬੰਦਾ ਜੇਬ ਵੱਲ ਵੇਖ ਰਿਹਾ, ਇਹਦੇ ਕੋਲੋਂ ਮੈਨੂੰ ਮਿਲੂਗਾ ਕੀ, ਇਹਦੇ 'ਚੋਂ ਮੈਨੂੰ ਪ੍ਰਾਪਤ ਕੀ ਹੋਏਗਾ। ਅੱਜ ਇਸੇ ਕਰਕੇ ਬੰਦਾ ਪੱਥਰ ਯੁੱਗ ਵਿੱਚ ਜ਼ਿੰਦਗੀ ਜੂ ਰਿਹਾ, ਇਨਸਾਨ ਬੁੱਤ ਬਣ ਗਿਆ। ਐਵੇਂ ਥੋੜ੍ਹਾ ਗੁਰੂ ਸਾਹਿਬ ਨੂੰ ਕਹਿਣਾ ਪਿਆ ਸੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇਹ ਸ਼ਬਦ ਐਵੇਂ ਨਹੀਂ ਸੀ ਉਚਾਰਨ ਕੀਤੇ ਕਿ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਇਹ ਤੇ ਪੱਥਰ ਸ਼ਬਦ ਕਿਉਂ ਵਰਤਿਆ? ਕਿਉਂਕਿ ਪੱਥਰ ਨੂੰ ਤੁਸੀਂ ਜਿੰਨੇ ਮਰਜ਼ੀ ਸਾਲ ਪਾਣੀ 'ਚ ਰੱਖੋ, ਭੰਨੋਗੇ, ਅੰਦਰੋਂ ਸੁੱਕੇ ਦਾ ਸੁੱਕਾ ਨਿਕਲੂ। ਇਹ ਪੱਥਰ ਨਹੀਂ ਜਿਹੜਾ ਅੰਦਰੋਂ ਸੁੱਕੇ ਦਾ ਸੁੱਕਾ ਹੀ ਨਿਕਲਿਆ, ਜਿਹਨੂੰ ਪਤਾ ਹੀ ਕੱਖ ਨਹੀਂ। ਆਓ ਸਮਾਜ ਵਿੱਚ ਤੌਬਾ ਕਰੀਏ ਐਸੇ ਗੁਨਾਹਾਂ ਤੋਂ। ਜਾਣਾ ਸਾਰਿਆਂ ਨੇ ਆ, ਕੋਈ ਚੰਗਾ ਬੀਜ ਕੇ ਜਾਈਏ, ਕੋਈ ਚੰਗੀ ਵਿਚਾਰ ਜ਼ਿੰਦਗੀ 'ਚ ਲੈ ਕੇ ਆਈਏ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਊਣ ਦਾ ਯਤਨ ਕਰੀਏ। ਸਮਾਜ ਵਿੱਚ ਚੰਗਿਆਈ ਬੁਰਿਆਈ ਇਹ ਬਰਾਬਰ ਚੱਲਦੀ ਹੈ। ਜੇ ਜੀਵਨ ਦੇ ਵਿੱਚ ਚੰਗਿਆਈ ਹੋਵੇ ਤਾਂ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਹੈ, ਬੁਰਿਆਈ ਹੋਵੇ ਜ਼ਿੰਦਗੀ ਨਰਕ ਬਣ ਜਾਂਦੀ ਹੈ। ਚੰਗਿਆਈਆਂ ਬੁਰਿਆਈਆਂ ਵਾਚੈ, ਕੌਣ ਵਾਚਦਾ ਹੈ? ਤੁਹਾਡੇ ਅੰਦਰ ਬੈਠਾ ਹੋਇਆ ਧਰਮਰਾਜ। ਨਾਨਕ ਜੀਉ ਪਾਏ ਕੈ ਲਿਖ ਨਾਮੈ ਧਰਮ ਬਹਾਲਿਆ। ਹਰ ਬੰਦੇ ਦੇ ਅੰਦਰ ਧਰਮਰਾਜ ਬੈਠਾ ਹੋਇਆ ਹੈ। ਹਰ ਬੰਦੇ ਦੇ ਅੰਦਰ ਇੱਕ ਧਰਮਰਾਜ ਬੈਠਾ ਹੋਇਆ ਹੈ, ਜਿਹੜਾ ਤੁਹਾਡੇ ਅੰਦਰ ਦੇ ਕਰਮਾਂ ਨੂੰ ਰੋਜ਼ ਪਰਖਦਾ ਹੈ। ਨਾਨਕ ਜੀਉ ਪਾਏ ਕੈ ਲਿਖ ਨਾਮੈ ਧਰਮ ਬਹਾਲਿਆ। ਉੱਥੇ ਸੱਚਾ ਹੀ ਸੱਚ ਨਿਬੜੈ। ਹੁਣ ਬੰਦੇ ਦੇ ਅੰਦਰ ਸੱਚ ਹੋਵੇ ਨਾ, ਉਹਦੀਆਂ ਅੱਖਾਂ 'ਚ ਵੀ ਸੱਚ ਹੁੰਦਾ, ਉਹਦੀ ਤੋਰ 'ਚ ਵੀ ਸੱਚ ਹੁੰਦਾ, ਉਹਦੀ ਗੱਲ ਕਰਨ ਵਿੱਚ ਵੀ ਸੱਚ ਹੁੰਦਾ। ਜੇ ਉਹਦੇ ਅੰਦਰ ਐਵੇਂ ਥੋੜ੍ਹਾ ਆਖਿਆ ਸੀ, ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਜਿਨ੍ਹਾਂ ਕੰਮਾਂ 'ਚ ਫਾਇਦਾ ਨਹੀਂ, ਤੇ ਕੰਬੜੇ ਵਿਸਾਰ, ਉਹ ਕੰਮ ਛੱਡ ਦੇ। ਭਗਤ ਫਰੀਦ ਜੀ ਕਿਉਂ ਕਹਿੰਦੇ? ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਨਹੀਂ ਤੇ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਊ ਸਾਈਂ ਦੇ ਦਰਬਾਰ। ਹੁਣ ਸਾਈਂ ਦਾ ਦਰਬਾਰ ਕਿੱਥੇ ਆ?
सबै कट राम बोलै रामा बोलै, राम बिना को बोले रे। राम कित्थे? तेरे अंदर बैठा। यानी कि साईं दा दरबार तेरे अंदर है। तो बंदा जदों गलत काम करता सब तो पहला अपनियां नज़रां 'च ही डिगदा है। डिगदा जी सब तो पहला अपनियां नज़रां नाल नज़रां नहीं मिला पाउंदा वो, तो परेशान हुंदा फिर अंदरों घिरदा, फिर अंदरों दुखी हुंदा। इस नूं आख्या सी माया जाल पसारिया भीतर चोग बनाए। माया ने जाल खिलारिया होया वा, उस चोगे पे हुए वस तरह तरह के विषयां वकारां दे। ये पंछी चुगदा चोगे आपे जाल च फस जांदा। हुण जे ताए ने जिस जायदाद बदले काम किया होगा वो मिलनी उन्होंने। हुण कानून इदां दे बनने चाहिए आ। मैं तो दाज के लोभियां बारे भी कहना हुन्ना, इदां दी किसी दाज के लोभी टब्बर नूं एक बार सज़ा मिल जाए ना, दोबारा किसी धी पुत किसी परिवार ते इदां दा काम कर लग्या 100 बार कोई सोचे। आ पता लगा भी हरियाणा पंजाब हाई कोर्ट ने एक नवा कानून पास किया, जिहड़े विदेशों च विआह करा के चले गए तो लड़कियां इत्थे रह गईयां, उन्हां दीयां पत्नियां इत्थे रह गईयां। काश किते सच्ची ये गल खबर सच्ची होवे, अजे तो पढ़न ही आपां ये वेखी है भी कन्ना च खबर पई है कि हरियाणा पंजाब हाई कोर्ट ने एक कानून पास कर दिता है कि जिहड़े विआह करा के बाहरलियां कंट्रियां चले गए पर इत्थों अपनी पत्नी नूं मुड़ के बुलाया नहीं, सद्दिया नहीं, मतलब उहदे नाल लिंक रखिया ही नहीं, तो जिहड़ी जायदाद वो लड़के की जिथे उसका माँ बाप रह रहा वो लड़की नूं मिलेगी जिहदे नाल उहने विआह कराया है। भावें वो लड़के दे नां जायदाद हैगी है भावें नहीं हैगी, कानून सब कुछ कर सकता। एक बार एक अद्धे परिवार नूं नत्थ पै गई तो जिहड़े लोग धोखे दे दे के इदां विदेशों में पक्के हुंदे ने एन सूई दे नक्के विचों दी लंघ जाणगे। तो अज पता नहीं किन्नियां, मैं नहीं कहता कल्ले लड़के परिवार वालियां ने लड़की परिवार वालियां नूं धोखे दिते, बहुत लड़की परिवार वालियां ने भी लड़के परिवार वालियां नूं धोखे दिते ने। घट दोवें नहीं है, दोवें तरह के साडे समाज में लोग है। बहुत लड़कियां भी इदां दियां हैगियां ने जिन्हां दे माँ बाप रल जांदे आ कि एक बारी पुत्त तू पैसे लवा के बाहर चल जा, मुड़ के इन्हां नाल लिंक रखी ना। उन्होंने पता इत्थों के कानून का, वो कहते असीं पैरों ते पानी पैण नहीं देना भी किन्ने लख लगा वा। सोच के वेखो ये किहड़ी मिट्टी के लोग बने ने, किदां गुरुद्वारे भी आ जाते होणगे, मंदिर भी जाते होणगे, चर्च भी जाते होणगे, मस्जिद भी जाते। ये एक मत नाल थोड़ा संबंधित है, हर कौम विच हर मत विच संबंधित इदां दे लोग है, लालची किस्म के लोग रिश्तियां दा घाण करते हैं जिहड़े समाज दे विच। ते सोच माफ़ करना ऐसे बंदियां दा ना जीवन को वधिया नहीं हुंदा ना। जिहड़े बंदे धोखा धड़ी बेईमानी लुट कसुट, ये पदार्थवादी युग विच जो कुछ असीं वेख रहे हैं अज, एक दूजे नूं बंदा वरतन की कोशिश कर रहा है। पदार्थ सब कुछ नहीं हुंदे, पैसा ठीक है, पैसा बहुत कुछ है, पर पैसा सब कुछ थोड़ा है। सब कुछ पैसा हैगा है जी, क्यों साध संगत जी? पैसा बहुत कुछ है पर पैसा सब कुछ नहीं है। पर साडे समाज ने की बना लिया? पैसा भी जायदाद बंदे दे कोल होनी, जायदाद होनी चाहिए। इत्थे जायदाद होने तो बाद भी कई बारी जायदाद भी तुहाडी मौत का कारण बन जाती है। भाई साहब भाई गुरदास जी ने लिखिया ना, जैसे मध माखी सींच सींच के कथर करे, हरे मधु आए ताके मुख शार डार के। मधुमक्खी कभी तोरीए के फुल ते बहिंदी है, कभी गेंदे के फुल ते बहिंदी है, कभी गुलाब के फुल ते बहिंदी है। ऐ भज नस करके ना वो शहद इकट्ठा करती है एक छज्जे च। काहदे लई करदी भला शहद इकट्ठा? अपने लिए, अपने बच्चों लिए। पर दसो मधुमक्खी नूं शहद मिलना? आ जिहड़े मक्खियां पालदे आ जिन्हां दा काम ही बिजनस ये आ, वो दिहाड़ी 3 बार वेखण आउंदे आ भी शहद किन्ना इकट्ठा होया। जिन्ना शहद इकट्ठा हुंदा जांदा उन्ना ही वो चक्कर वध मारने शुरू कर दे। ऐन छज्जा वो शहद ना भर जांदा, फिर थल्ले अग बालदे आ, शहद चो के ते उत्ते डाबर हनी लिख के ते सीसियां च पैक हो के दुकानां ते पहुँच जांदा। जिहड़ी मक्खी ने मेहनत की सी उन्होंने बेचारे की मिलिया? सेक मिलिया, स्वाह मिली, अग बाली ना थले भी उड़ा दिओ इन्होंने हुण। जैसे मध माखी सींच सींच के एकत्र करे, हरे मधु आए ताके मुख शार डार के। जैसे बश हेत गऊ संचित है खीर ताहे, लेत अहीर दोए बशरा बिडार के। आ ਜਿਹੜੇ ਸੱਪ ਆਪਾਂ ਵੇਖਦੇ ਖੁੱਡਾਂ 'ਚ ਸੱਪ ਵੜਿਆ, ਸੱਪ ਕੋਈ ਖੁੱਡ ਤਿਆਰ ਨਹੀਂ ਕਰਦਾ, ਕਿਉਂਕਿ ਸੱਪ
ਐਸੇ ਅਰਜਾਰੀ ਸੱਪ ਨਾਲੋਂ ਵੱਧ ਜ਼ਹਿਰ ਹੈ ਬੰਦੇ 'ਚ। ਸੱਪ ਦਾ ਡੰਗਿਆ ਤੇ ਬੰਦਾ ਬਚਾ ਲੂ, ਜਿਹਨੂੰ ਹੁਣ ਬੰਦਾ ਡੰਗ ਮਾਰੂ ਉਹਨੂੰ ਬਚਾਊ ਕਿਹੜਾ? ਸੱਪ ਤੇ ਉਹਨੂੰ ਡੰਗ ਮਾਰਦਾ ਜਿਹੜਾ ਉਹਦਾ ਨੁਕਸਾਨ ਕਰਦਾ। ਤਾਏ ਨੇ ਤੇ ਉਸ ਬੱਚੇ ਨੂੰ ਡੰਗ ਮਾਰਤਾ ਜਿਹਨੇ ਉਹਨੂੰ ਕਦੀ ਕਿਹਾ ਹੀ ਕੁਝ ਨਹੀਂ। ਪਤਾ ਨਹੀਂ ਉਹ ਪਾਪਾ ਪਾਪਾ ਕਹਿੰਦਾ, ਉਹਦੀ ਜ਼ੁਬਾਨ ਨਹੀਂ ਥੱਕਦੀ ਹੋਣੀ ਬੱਚੇ ਦੀ, ਪਰ ਡੰਗ ਇਹਨਾਂ ਕਸੂਤਾ ਮਾਰ ਗਿਆ। ਉਹ ਤਾਇਆਂ ਦੇ ਉੱਤੇ ਕੁਐਸਚਨ ਮਾਰਕ ਲਾ ਗਿਆ ਗੁਨਾਹਗਾਰ ਮਨੁੱਖ। ਸਾਰੇ ਕਹਿੰਦੇ ਸ਼ਾਇਦ ਸੋਚਣਾ ਵੀ ਸਾਰੇ ਤਾਏ ਚਾਚੇ ਇੱਦਾਂ ਦੇ ਹੁੰਦੇ ਨੇ, ਪਰ ਨਹੀਂ। ਆਓ ਇਹ ਕਲੰਕ ਨੂੰ ਧੋਈਏ ਆਪਣੇ ਮੱਥੇ ਤੋਂ। ਦੱਸਦੀ ਹੈ ਆਪਣੇ ਭਰਾ ਬੱਚਿਆਂ ਨਾਲ, ਆਪਣੇ ਬੱਚਿਆਂ ਨੂੰ ਵੱਧ ਪਿਆਰ ਆਪਣੇ ਭਰਾਵਾਂ ਦੇ ਭੈਣਾਂ ਦੇ ਬੱਚਿਆਂ ਨਾਲ ਕਰੋ। ਸਮਾਜ ਵਿੱਚ ਪਿਰਤ ਪਾ ਦਈਏ। ਮੈਂ ਨਹੀਂ ਆਂਦਾ ਆਪਣਿਆਂ ਨਾਲ ਨਾ ਕਰੋ, ਪਰ ਸਰੀਕਾ ਕਹਿੰਦੇ ਜੀ, ਸਰੀਕਾ ਭਾਈਚਾਰਾ ਇਹ ਲਫ਼ਜ਼ ਕਿੱਥੋਂ ਆ ਗਿਆ ਸਾਡੇ 'ਚ? ਫਿਰ ਅਸੀਂ ਕਹਿੰਦੇ ਜੀ ਔਰੰਗਜ਼ੇਬ ਮਾੜਾ ਸੀ। ਇਹੋ ਕੰਮ ਔਰੰਗਜ਼ੇਬ ਕਰਦਾ ਸੀ, ਤਖਤ ਪ੍ਰਾਪਤ ਕਰ ਲਈ, ਆਪਣੇ ਪਿਤਾ ਨੂੰ ਜੇਲ੍ਹ 'ਚ ਬੰਦ ਕਰ ਛੱਡਿਆ, ਆਪਣੇ ਭਰਾਵਾਂ 'ਤੇ ਅਤਿਆਚਾਰ ਕੀਤਾ। ਜੇ ਇਹੋ ਗੁਨਾਹ ਅਸੀਂ ਕਰਨਾ, ਫਿਰ ਔਰੰਗਜ਼ੇਬ ਨਾਲੋਂ ਆਪਣੇ ਆਪ ਨੂੰ ਵੱਖ ਕਰਕੇ ਤਾਂ ਨਾ ਵੇਖੀਏ। ਫਿਰ ਆਪਣੇ ਆਪ ਨੂੰ ਜੇ ਤੁਹਾਨੂੰ ਕੋਈ ਔਰੰਗਜ਼ੇਬ ਕਹਿ ਦੇਵੇ, ਫਿਰ ਗੁੱਸਾ ਕਾਹਦਾ? ਉਹਨੇ ਆਪਣੇ ਪਿਤਾ ਨੂੰ ਜੇਲ੍ਹ 'ਚ ਬੰਦ ਕਰ ਛੱਡਿਆ, ਭਰਾਵਾਂ 'ਤੇ ਅਤਿਆਚਾਰ ਕੀਤਾ। ਅਤੇ ਜੇ ਅਸੀਂ ਆਪਣੇ ਭੈਣਾਂ ਭਰਾਵਾਂ 'ਤੇ ਅਤਿਆਚਾਰ ਕਰਨਾ, ਤਾਂ ਮੈਂ ਦੁਨੀਆ ਤੋਂ ਉਮੀਦ ਲਾਵਾਂ ਲੋਕ ਮੈਨੂੰ ਪਰਉਪਕਾਰੀ ਅਤੇ ਦਾਨੀ ਕਹਿਣ। ਇਹ ਕਦੀ ਨਹੀਂ ਹੋਣਾ ਪਿਆਰਿਆ। ਫਿਰ ਤਾਂ ਲੋਕ ਤੈਨੂੰ ਔਰੰਗਜ਼ੇਬ ਦੀ ਔਲਾਦ ਹੀ ਕਹੇਗੀ, ਕਹੇਗੀ ਤੇਰੇ ਅੰਦਰ ਵੀ ਉਹ ਰੂਹ ਆ, ਉਹ ਗੁਨਾਹ ਤੂੰ ਕੀਤਾ। ਜੈਸੇ ਬਸ਼ ਹੇਤ ਗਊ ਸੰਚਿਤ ਹੈ ਖੀਰ ਤਾਹੇ, ਗਾਂ ਦਾ ਚਬਾੜਾ ਦੁਖਣ ਲੱਗ ਪੈਂਦਾ ਪੱਠੇ ਖਾਂਦੀ ਦਾ। ਉਹ ਆਪਣੇ ਥਣਾਂ 'ਚ ਦੁੱਧ ਪੈਦਾ ਕਰਦੀ ਹੈ 5 7 10 ਲੀਟਰ। ਕਾਹਦੇ ਲਈ ਭਲਾ ਕਰਦੀ ਹੈ ਜੀ ਗਾਂ? ਆਪਣੇ ਵੱਛੇ ਲਈ, ਆਪਣੀ ਵੱਛੀ ਲਈ। ਭਲਾ ਮਿਲਦਾ ਉਹਨੂੰ? ਬੋਲ ਕੇ ਦੱਸਿਓ। ਆਪਣੇ ਵਿੱਚੋਂ ਗਾਵਾਂ ਵਾਲੇ ਮੱਝਾਂ ਵਾਲੇ ਕਈ ਵੀਰ ਬੈਠੇ ਹੋਣੇ ਨੇ। ਜਿਹੜਾ ਗਾਂ ਨੇ ਆਪਣੇ ਥਣਾਂ 'ਚ 5 7 10 ਲੀਟਰ ਦੁੱਧ ਇਕੱਠਾ ਕੀਤਾ, ਉਹ 'ਚੋਂ ਵੱਛੇ ਵੱਛੀ ਨੂੰ ਕਿੰਨਾ ਕੁ ਮਿਲਦਾ ਭਲਾ? ਬੋਲੋ ਜੀ। ਜੇ ਤੇ ਵੱਛੀ ਹੋਵੇ ਤੇ ਉਹਨੂੰ ਛੱਡ ਦਿੱਤਾ ਵੀ ਗਾਂ ਬਣਨੀ ਹੈ, ਤੇ ਜੇ ਵੱਛਾ ਹੋਵੇ ਤੇ ਫਿਰ ਉਹਨੂੰ ਮਾੜਾ ਜਿਹਾ ਥਣ, ਜਾਂ ਪਹਿਲੀ ਗੱਲ ਤਾਂ ਥਣ ਛੱਡਣ ਦੀ ਲੋੜ ਹੀ ਨਹੀਂ ਉਹਨੂੰ। ਤੇ ਥੋੜ੍ਹੇ ਕੁ ਦਿਨਾਂ ਬਾਅਦ ਹੀ ਵੱਛਾ ਹੋਵੇ ਜਾਂ ਕੱਟਾ ਹੋਵੇ, ਉਹ ਤੇ ਚੜ੍ਹਾਈ ਕਰ ਜਾਂਦਾ। ਹਾਂਜੀ, ਵੱਛਾ ਕੱਟਾ ਥੋੜ੍ਹੇ ਦਿਨਾਂ ਬਾਅਦ, ਬੋਲੋ ਜੀ, ਚੜ੍ਹਾਈ ਕਰ ਜਾਂਦਾ। ਤੇ ਫਿਰ ਇਹੋ ਜਿਹਾ ਟੱਬਰ ਆਣ ਕੇ ਨਾ ਗੁਰਦੁਆਰੇ ਗ੍ਰੰਥੀ ਭਾਈ ਨੂੰ ਪੁੱਛਣਗੇ, ਭਾਈ ਸਾਹਿਬ ਜੀ ਮੀਟ ਖਾਣਾ ਚਾਹੀਦਾ? ਵੀ ਤੁਸੀਂ 1.5 ਕੁਇੰਟਲ ਦਾ ਕੱਟਾ ਖਾ ਗਏ, ਹੁਣ ਮੀਟ ਪਿੱਛੇ ਰਹਿ ਗਿਆ। ਵੀ ਤੁਸੀਂ ਕੱਟੇ ਦੇ ਹਿੱਸੇ ਦਾ ਦੁੱਧ ਤਾਂ ਸਾਰਾ ਟੱਬਰ ਪੀ ਗਏ ਜੇ। ਕਿਹੜੇ ਗ੍ਰੰਥ ਵਿੱਚ ਲਿਖਿਆ ਵੀ ਕੱਟੇ ਦਾ ਦੁੱਧ ਤੁਹਾਡੇ ਲਈ ਬਣਿਆ? ਬੋਲੋ ਜੀ, ਮੈਨੂੰ ਦੱਸ ਦਿਓ। ਗੱਡੀ 'ਚ ਬਹਿਣ ਤੋਂ ਪਹਿਲਾਂ ਅੰਕ ਦੱਸ ਦਿਓ, ਹੋ ਸਕਦਾ ਮੇਰੇ ਕੋਲੋਂ ਗਲਤੀ ਹੋ ਜਾਏ ਕੋਈ। ਫਿਰ ਅਸੀਂ ਗ੍ਰੰਥੀਆਂ ਦਾ, ਪ੍ਰਚਾਰਕਾਂ ਦਾ ਆਣ ਕੇ ਸਿਰ ਖਾਂਦੇ ਹਾਂ, ਭਾਈ ਸਾਹਿਬ ਜੀ ਦੱਸਿਓ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਤੁਸੀਂ ਸਾਰਾ ਟੱਬਰ ਕੁਇੰਟਲ 1.5 ਕੁਇੰਟਲ ਦਾ ਕੱਟਾ ਖਾ ਕੇ, ਮੱਝ ਨੇ ਦਿੱਤਾ ਸੀ, ਕੱਟੀ ਤੁਹਾਡੀ ਭੱਜੀ ਫਿਰਦੀ ਆ, ਕੱਟਾ ਫੁੜ ਗਿਆ ਹਫ਼ਤੇ 'ਚ ਹੀ। ਯਾਨੀ ਕਿ ਤੁਸੀਂ ਉਹਦਾ ਹੱਕ ਖਾ ਗਏ। ਸਿੱਧਾ ਕੱਟਾ ਖਾਣ ਦਾ ਮਤਲਬ ਕੀ ਸੀ? ਉਹਨੂੰ ਵੀ ਦੁੱਧ ਪਿਆਉਂਦੇ ਤੇ ਉਹਨੇ ਵੀ ਭੱਜੇ ਫਿਰਨਾ ਸੀ ਵਿਹੜੇ 'ਚ, ਉਹਨੂੰ ਵੀ ਰੱਸੇ ਨਾਲ ਬੰਨ੍ਹਣਾ ਪੈਣਾ ਸੀ। ਕੱਟੀ ਨੂੰ ਸੰਗਲੀ ਪਾਤੀ ਆ, ਰੱਸੀ ਪਾਤੀ ਆ ਹਫ਼ਤੇ ਬਾਅਦ ਹੀ, ਤੇ ਕੱਟੇ ਦੇ ਗਲ 'ਚ ਰੱਸੀ ਪਾਉਣ ਦੀ ਲੋੜ ਹੀ ਨਹੀਂ ਪਈ। ਕਿਉਂ? ਕਿਉਂਕਿ ਉਹ ਤੇ ਜਾਨ ਹੀ ਹੈ ਨਹੀਂ, ਉਹਨੇ ਉੱਠਣਾ ਕਿੱਥੋਂ ਵਿਚਾਰੇ ਨੇ? ਉਹ ਤੇ ਉੱਥੇ ਲਾਲਾਂ ਸੁੱਟੀ ਜਾਂਦਾ ਬੈਠਾ ਹੀ ਵਿਚਾਰਾ ਉੱਦਾਂ ਹੀ। ਜੈਸੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਬਸ਼ ਹੇਤ ਵੱਛੇ ਹੇਤ ਗਊ। ਹੁਣ ਲਿਖਿਆ ਵੱਛੇ ਵਾਸਤੇ ਗਾਂ ਨੇ ਦੁੱਧ ਇਕੱਠਾ ਕੀਤਾ, ਪਰ ਵਿਚਾਰੀ ਗਾਂ ਨੂੰ ਥੋੜ੍ਹਾ ਪਤਾ ਸੀ ਵੀ ਇੰਨੀ ਮੈਂ ਮਿਹਨਤ ਕੀਤੀ ਆ ਪਹਾੜੀਆਂ 'ਤੇ ਚੁਗਦੀ ਫਿਰਦੀਆਂ, ਖੁਰਲੀ 'ਚ ਮੂੰਹ ਮਾਰਦੀ ਫਿਰਦੀਆਂ, ਛੱਪੜਾਂ ਦਾ ਪਾਣੀ ਪੀਂਦੀ ਫਿਰਦੀਆਂ, ਦੁੱਧ ਮੈਂ ਆਪਣੀ ਵੱਛੀ ਲਈ ਇਕੱਠਾ ਕੀਤਾ। ਮਾੜਾ ਜਿਹਾ ਮੂੰਹ ਲਵਾਇਆ, ਉਹ ਵੇਖੋ ਬਾਲਟੀ 'ਚ ਚੋ ਕੇ ਤੇ ਅਗਲੇ ਆਹ ਹੋ ਗਿਆ ਤੇ ਆਹ ਹੋ ਗਿਆ ਤੇ ਆਹ ਹੋ ਗਿਆ। ਉੱਤੇ ਲਿਖਤਾ ਜੀ ਇਹ ਵੇਰਕਾ ਮਿਲਕ ਪਲਾਂਟ, ਇਹ ਅਮੁੱਲ ਦਾ ਦੁੱਧ ਹੈ ਜੀ, ਇਹ ਅਮੁੱਲ ਵਾਲਿਆਂ ਘਰੋਂ ਪੈਦਾ ਕੀਤਾ। ਗਾਂ ਵਿਚਾਰੀ ਆਂਦੀ, ਗਾਵਾਂ ਬੋਲਦੀਆਂ ਹੁਣ ਕੇਸ ਕਰ ਦੇਣ ਇਹਨਾਂ 'ਤੇ, ਉਹੀ ਉਹ ਤੇ ਮੁਕੱਦਮਾ ਕਰ ਦੇਣ ਵੀ ਤੁਸੀਂ ਘਰ ਪੈਦਾ ਕੀਤਾ, ਦੁੱਧ ਸਾਡਾ ਸੀ, ਅਸੀਂ ਆਪਣੇ ਬੱਚਿਆਂ ਲਈ ਪੈਦਾ ਕੀਤਾ, ਤੁਸੀਂ ਆਪਣੇ ਉੱਤੇ ਮਾਰ ਕੇ ਲਾ ਕੇ ਤੇ ਘਰਾਂ 'ਚ ਵੇਚਦੇ ਫਿਰਦੇ ਹੋ। ਮੈਂ ਤਾਂ ਸਿਰਫ ਗੱਲ ਤੁਹਾਡੀ ਨੌਲੇਜ ਵਾਸਤੇ ਦੱਸ ਰਿਹਾ ਕਿ ਭਾਈ ਗੁਰਮਤਿ ਇਹ ਕਹਿੰਦੀ ਹੈ ਵੀ ਗਾਂ ਨੇ ਦੁੱਧ ਕੀਤਾ ਆਪਣੇ ਬੱਚੇ ਲਈ ਪੈਦਾ, ਮੱਖੀ ਨੇ ਸ਼ਹਿਦ ਇਕੱਠਾ ਕੀਤਾ ਆਪਣੇ ਬੱਚੇ ਲਈ, ਚੂਹੇ ਨੇ ਮਿਹਨਤ ਕੀਤੀ ਆਪਣੇ ਰਹਿਣ ਲਈ, ਉਹ 'ਚ ਸੱਪ ਨੇ ਮਰ ਲਿਆ। ਅਤੇ ਅਖੀਰ 'ਚ ਸਾਨੂੰ ਸਿੱਖਿਆ ਕੀ ਦਿੰਦੇ ਆ? ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ। ਇੱਦਾਂ ਹੀ ਕਰੋੜਾਂ ਗੁਨਾਹ ਕਰ ਕਰਕੇ ਮਾਇਆ ਇਕੱਠੀ ਕਰਦਾ ਬੰਦਾ। ਕਾਹਦੇ ਲਈ? ਮੈਂ ਵਰਤਣੀ ਆ, ਮੈਂ ਵਰਤਣੀ ਆ। ਪਰ ਉਹਨੂੰ ਇਹ ਨਹੀਂ ਪਤਾ ਇਹੋ ਮੌਤ ਹੀ ਤੇਰੀ ਨਾ ਇੱਥੇ ਗੋਲੀ ਮਾਰਨੀ ਅਗਲੇ, ਇੱਥੇ ਇੱਥੇ। ਦੱਸੋ ਕਿੰਨਿਆਂ ਨਾਲ ਇਹ ਗੁਨਾਹ, ਕਿੰਨਿਆਂ ਨਾਲ ਇਹ ਕੰਮ ਵਾਪਰੇ? ਉਹਨਾਂ ਦੀ ਜਾਇਦਾਦ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਜਾਇਦਾਦ ਹੀ
ਨਾ ਮਧੂਮੱਖੀ ਸ਼ਹਿਦ ਇਕੱਠਾ ਕਰਦੀ, ਨਾ ਉਹਨੂੰ ਸੇਕ 'ਚ ਲੰਘਣਾ ਪੈਂਦਾ, ਨਾ ਚੂਹਾ ਖੁੱਡ ਬਣਾਉਂਦਾ ਅਤੇ ਨਾ ਚੂਹੇ ਨੂੰ ਸੱਪ ਖਾਂਦਾ। ਅਗਲਾ ਕਹਿੰਦਾ ਠੀਕ ਹੈ, ਤੁਰਿਆ ਫਿਰਦਾ ਇੱਦਾਂ ਹੀ ਮੈਂ ਇਹ ਨਹੀਂ ਆਂਦਾ ਪੈਸੇ ਨਾ ਕਮਾਓ ਪਰ ਕਿਸੇ ਦਾ ਨੁਕਸਾਨ ਕਰਕੇ ਨਾ ਕਮਾਓ। ਧਰਮ ਦੀ ਚੰਗਾ ਬੀਜ ਕੇ ਕਮਾਓ, ਕਿਸੇ ਦਾ ਗੁਨਾਹ ਨਾ ਕਰੋ। ਸ਼ਾਮਾਂ ਨੂੰ ਜਦੋਂ ਕਮਾਈ ਘਰ ਲੈ ਕੇ ਜਾਣੀ, ਇਹ ਵੇਖਣਾ ਇਹ 'ਚ ਮੈਂ ਕਿਸੇ ਦਾ ਹਿੱਸਾ ਤਾਂ ਨਹੀਂ ਲੈ ਕੇ ਜਾ ਰਿਹਾ, ਕਿਸੇ ਦਾ ਨੁਕਸਾਨ ਕਰਕੇ ਤਾਂ ਨਹੀਂ ਲੈ ਕੇ ਜਾ ਰਿਹਾ। ਕਿੱਥੇ ਔਰਤ ਆਪਣੇ ਪਤੀ, ਸਮਾਜ ਵਿੱਚ ਕਿੱਥੇ ਔਰਤ ਆਪਣੇ ਪਤੀ ਦੀ ਲੰਬੀ ਉਮਰ ਮੰਗਦੀ ਹੈ ਅਤੇ ਕਿਤੇ ਉਸ ਬੰਦੇ ਦੀ ਔਰਤ ਉਹਨੂੰ ਕੀ ਕਹਿ ਰਹੀ ਸੀ, ਲਿਆਓ ਗੁਨਾਹਗਾਰ ਨੂੰ ਮੈਂ ਸਜ਼ਾ ਦੇਵਾਂਗੀ। ਮਤਲਬ ਆਪਣੇ ਆਪ ਨੂੰ ਚਾਹੁੰਦੀ ਆ ਮੇਰੇ ਸਿਰ ਤੋਂ ਇਹੋ ਜਿਹਾ ਸਾਇਆ ਉੱਠ ਜੇ, ਮੇਰੇ ਸਿਰ ਤੋਂ ਇਹੋ ਜਿਹਾ ਸਾਇਆ ਉੱਠ ਜੇ। ਉੱਥੇ ਬੱਚੇ ਕਹਿੰਦੇ ਆ ਜੇ ਸਾਡੇ ਬਾਪ ਨੇ ਗੁਨਾਹ ਕੀਤਾ ਤੈਨੂੰ ਸਖਤ ਤੋਂ ਸਖਤ ਸਜ਼ਾ। ਅਤੇ ਬੰਦਾ ਹੁਣ ਇਹ ਐਗਜ਼ਾਮਪਲ ਜਿੱਥੇ ਮਰਜ਼ੀ ਸੈੱਟ ਕਰ ਲਓ, ਬੰਦਾ ਹੋਵੇ 500 ਫੈਕਟਰੀ ਦਾ ਮਾਲਕ, ਉਹਦੀ ਪਤਨੀ ਅਤੇ ਉਹਦੇ ਬੱਚੇ ਕਹਿਣ ਤੇਰਾ ਪਰਛਾਵਾਂ ਨਾ ਸਾਡੇ ਉੱਤੇ ਪਵੇ, ਬੰਦਿਆ ਤੇਰੀ ਜਾਇਦਾਦ ਨੂੰ ਕੀ ਕਰਨਾ, ਤੇਰੇ ਵਰਗਾ ਤੇ ਕੰਗਾਲ ਬੰਦਾ ਹੀ ਕੋਈ ਨਹੀਂ। ਬੰਦਾ ਹੋਵੇ ਦਿਹਾੜੀਦਾਰ, ਸਵੇਰੇ ਜਾ ਕੇ ਕਮਾ ਕੇ ਘਰ ਲੈ ਆਵੇ ਅਤੇ ਪਤਨੀ ਬੱਚਿਆਂ ਨੂੰ ਇਹ ਐਗਜ਼ਾਮਪਲ ਦੇ ਕੇ ਕਹੇ ਆਪਣੇ ਬਾਪ ਵੱਲ ਵੇਖੋ, ਕਦੀ ਆਪਣੇ ਬਾਪ ਦਾ ਜੂਠਾ ਪਾਣੀ ਪੀਆ ਕਰੋ, ਬਾਪ ਨਾਲ ਰੋਟੀ ਖਾਇਆ ਕਰੋ, ਉਹਦੀਆਂ ਪਾਟੀਆਂ ਅੱਡੀਆਂ ਵੇਖੋ, ਉਹਦੇ ਕੱਪੜੇ ਵੇਖੋ, ਉਹਦਾ ਪਸੀਨਾ ਵੇਖੋ, ਉਹਨੇ ਕਿੱਦਾਂ ਪਾਲਿਆ ਤੁਹਾਨੂੰ। ਬੰਦਾ ਭਾਵੇਂ ਦਿਹਾੜੀਦਾਰ ਹੀ ਹੋਵੇ ਪਰ ਬੰਦਾ ਕਿਰਦਾਰ ਪੱਖੋਂ ਦੁਨੀਆ ਦਾ 1 ਨੰਬਰ ਦਾ ਅਮੀਰ ਇਨਸਾਨ ਹੈ। ਅਮੀਰੀ ਜਾਇਦਾਦ ਦੀ ਨਹੀਂ ਹੁੰਦੀ ਪਿਆਰਿਓ, ਅਮੀਰੀ ਕਿਰਦਾਰਾਂ ਦੀ ਹੁੰਦੀ ਹੈ, ਕਰੈਕਟਰ ਦੀ ਹੁੰਦੀ ਹੈ, ਜਿਹੜੀ ਸਮਾਜ ਵਿੱਚ ਕੋਈ ਐਗਜ਼ਾਮਪਲ ਸੈੱਟ ਕਰਦੀ ਹੈ। ਤੋ ਹਜ਼ੂਰ ਨੇ ਜਿਹੜੀ ਗੱਲ ਸਾਨੂੰ ਕਹੀ, ਬਹੁਤ ਪਿਆਰੀ ਵਿਚਾਰ ਬਖਸ਼ਿਸ਼ ਕੀਤੀ ਕਿ ਜਦੋਂ ਅਸੀਂ ਜ਼ਿੰਦਗੀ ਨੂੰ ਜਿਉਣਾ, ਇਹ ਜਨਮ ਸਾਨੂੰ ਪ੍ਰਾਪਤ ਹੋਇਆ। ਸਤਿਕਾਰਯੋਗ ਜਿਹੜੀ ਗੱਲ ਭਗਤ ਰਵਿਦਾਸ ਜੀ ਨੇ ਕਹੀ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਸਾਡੇ ਵਰਗਾ ਦੀਨ ਕੋਈ ਨਹੀਂ ਅਤੇ ਤੁਹਾਡੇ ਵਰਗਾ ਦਿਆਲੂ ਅਤੇ ਕਿਰਪਾਲੂ ਕੋਈ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਹਿੰਦੇ ਨੇ ਇਗਜ਼ਾਮ ਲੈਣਾ, ਪਰਚਾ ਪਾਉਣਾ। ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਤੁਹਾਡਿਆਂ ਬਚਨਾਂ 'ਤੇ ਮੇਰਾ ਮਨ ਮੰਨ ਜਾਏ। ਹੁਣ ਪ੍ਰੋਬਲਮ ਇਹੋ ਹੀ ਆ ਨਾ, ਜੋ ਗੁਰੂ ਸਾਹਿਬ ਕਹਿੰਦੇ ਨੇ ਸਾਡਾ ਜੀਵਨ, ਸਾਡਾ ਮਨ ਉਹ ਗੱਲ ਮੰਨਣ ਨੂੰ ਤਿਆਰ ਹੈ ਨਹੀਂ। ਇੱਦਾਂ ਹੀ ਹੈ ਜੀ। ਹੁਣ ਜੋ ਅਸੀਂ ਮੰਨਣ ਨੂੰ ਤਿਆਰ ਹਾਂ, ਗੁਰੂ ਸਾਹਿਬ ਦੀ ਸਿੱਖਿਆ ਤੋਂ ਉਲਟ, ਗੁਰੂ ਸਾਹਿਬ ਦੇ ਨਾਲ ਉਹ ਸਾਡੇ ਵਿਚਾਰ ਮਿਲ ਨਹੀਂ ਰਹੇ, ਕਿਉਂਕਿ ਸਾਡੀ ਚਾਲ ਹੋਰ ਹੈ, ਗੁਰੂ ਦੀ ਚਾਲ ਹੋਰ ਹੈ। ਹਮ ਅੰਧਲੇ ਅੰਧ ਬਿਖੇ ਬਿਖਰਾਤੇ हैं, ਕਿਉਂ ਚੱਲ ਰਹੇ ਗੁਰ ਚਾਲੀ ਆ, ਉਧਰ ਗੁਰਸਿੱਖ ਮੀਤ ਚਲੋ ਗੁਰ ਚਾਲੀ ਹੈ। ਜੋ ਗੁਰ ਕਹੇ ਸੋਈ ਭਲ ਮਨ, ਹਰ ਕਥਾ ਨਿਰਾਲੀ ਹੈ। ਚਾਲ 'ਚ ਫਰਕ ਹੈ ਨਾ। ਹੁਣ ਇੱਥੇ ਫਰਕ ਪੈ ਗਿਆ। ਕਹਿੰਦੇ ਮੇਰੀ ਤੁਹਾਡੇ ਗੜੀ ਅਰਦਾਸ ਹੈ। ਕਿਹੜੀ ਅਰਦਾਸ ਹੈ? ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ। ਧਿਆਨ ਨਾਲ ਸੁਣਿਓ ਪਿਆਰਿਓ, ਬਚਨੀ ਤੋਰ ਯਾਨੀ ਕਿ ਤੁਹਾਡੇ ਬਚਨਾਂ 'ਤੇ, ਤੁਹਾਡੀ ਸਿੱਖਿਆ 'ਤੇ ਮੋਰ ਮਨ ਮਾਨੈ, ਮੇਰਾ ਮਨ ਤੁਹਾਡੀ ਸਿੱਖਿਆ ਨੂੰ ਮੰਨ ਲਵੇ। ਜੋ ਤੁਸੀਂ ਸਿੱਖਿਆ ਦਿੱਤੀ ਆ ਉਹਨੂੰ ਮੈਂ ਮਿੱਠੀ ਕਰਕੇ ਮੰਨ ਲਵਾਂ। ਜਿਵੇਂ ਪਿਓ ਨੇ, ਦਾਦੇ ਨੇ ਕੋਈ ਸਿਆਣੀ ਗੱਲ ਕਹੀ ਹੋਵੇ ਅਤੇ ਬੱਚਾ ਕਹੇ ਮੈਂ ਰੋਜ਼ ਇਹੋ ਅਰਦਾਸ ਕਰਦਾ ਕਿ ਜੋ ਮੇਰਾ ਪਿਓ, ਮੇਰਾ ਦਾਦਾ, ਮੇਰੀ ਮਾਂ, ਮੇਰੇ ਘਰ ਦੇ ਮੈਨੂੰ ਚੰਗੀ ਸਿੱਖਿਆ ਦੇ ਰਿਹਾ, ਮੇਰਾ ਮਨ ਉਸ ਸਿੱਖਿਆ ਨੂੰ ਗ੍ਰਹਿਣ ਕਰ ਲਵੇ। ਮੇਰੀ ਤੁਹਾਡੇ ਗਾੜੀ ਇਹੋ ਹੀ ਅਰਦਾਸ ਆ ਕਿ ਮੈਂ ਤੁਹਾਡੀ ਸਿੱਖਿਆ ਦੀ ਕਦੀ ਕੁਤਾਹੀ ਨਾ ਕਰ ਸਕਾਂ। ਕਦੀ ਹੈ ਸਾਡੇ ਜੀਵਨ ਦੀ ਅਰਦਾਸ ਹੁੰਦੀ ਆ ਕਿ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਮੰਨ ਸਕਾਂ। ਸਾਡਾ ਤਾਂ ਜ਼ੋਰ ਇਹ ਲੱਗਾ ਹੁੰਦਾ ਮਹਾਰਾਜ ਨੂੰ ਮਨਾ ਲਈਏ ਜੋ ਅਸੀਂ ਚਾਹੁੰਦੇ ਹਾਂ। ਹੁਣ ਮਹਾਰਾਜ ਚਾਹੁੰਦੇ ਤੁਹਾਡੇ ਘਰ ਧੀ ਹੋਵੇ ਅਤੇ ਮੇਰਾ ਜ਼ੋਰ ਲੱਗਾ ਨਹੀਂ ਮੈਂ ਮਹਾਰਾਜ ਨੂੰ ਮਨਾਵਾਂ, ਧੀ ਨਾ ਦੇ ਮੈਨੂੰ, ਬੋਲੋ ਸਾਰੇ, ਪੁੱਤਰ ਦੇ। ਸਾਡਾ ਜ਼ੋਰ ਗੁਰੂ ਦੇ ਬਚਨਾਂ ਨੂੰ ਮੰਨਣ 'ਤੇ ਨਹੀਂ ਲੱਗਾ, ਸਾਡਾ ਜ਼ੋਰ ਗੁਰੂ ਨੇ ਆਪਣੇ ਬਚਨ ਮਨਾਉਣ 'ਤੇ ਲੱਗਾ ਹੋਇਆ। ਅਤੇ ਨਾਲੇ ਕਹਿੰਦੇ ਅਸੀਂ ਤਾਂ ਅਰਦਾਸ ਹੀ ਕੀਤੀ ਆ, ਅਰਦਾਸ ਆ ਪਰ ਕੀਤੀ ਹੁਕਮ ਦੀ ਤਰ੍ਹਾਂ ਵਾ। ਆ ਜਿਹੜੀਆਂ ਸੁਖਣਾ ਹੁੰਦੀਆਂ ਨੇ ਇਹ ਅਰਦਾਸ ਨਹੀਂ ਹੁੰਦੀਆਂ, ਇਹ ਹੁਕਮ ਹੁੰਦਾ ਵਾ, ਇਹ ਕਮਿਟਮੈਂਟ ਹੁੰਦੀ ਹੈ ਕਿ ਸ਼ਰਤ ਹੁੰਦੀ ਆ। ਮਹਾਰਾਜ ਪੋਤਰਾ ਦਿਓਗੇ ਤੇ ਅਖੰਡ ਪਾਠ ਕਰਾਊਂ, ਤੇ ਜੇ ਨਾ ਦਿੱਤਾ ਤੇ ਫਿਰ ਰਹਿਣ ਦੂੰ। ਇਹਦਾ ਮਤਲਬ ਇਹੋ ਹੀ ਹੋਇਆ, ਮਹਾਰਾਜ ਪੋਤਰਾ ਦਿਓਗੇ ਤੇ ਲੰਗਰ ਲਵਾਊਂ, ਤੇ ਜੇ ਨਾ ਦਿੱਤਾ ਬੋਲੋ ਜੀ। ਇਹ ਤਾਂ ਸੇਮ ਇੱਦਾਂ ਹੋ ਗਿਆ ਕਿ ਤੁਸੀਂ ਆਪਣੇ ਬੱਚੇ ਨੂੰ ਕਹੋ ਜਾ ਪੁੱਤਰ ਪਾਣੀ ਦਾ ਗਲਾਸ ਲੈ ਕੇ ਆ, ਅਤੇ ਬੱਚਾ ਕਹੇ ਪਾਣੀ ਦਾ ਗਲਾਸ ਲਿਆਊਂਗਾ, ਗਲੀ ਵਿੱਚ ਕੁਲਫੀ ਵੇਚਣ ਵਾਲਾ ਆ, ਰੁਪਈਏ ਦਿਓ 20। ਤੁਹਾਡਾ ਮੱਥਾ ਠਣਕੂਗਾ ਨਾ ਵੀ ਅੱਜ ਪਾਣੀ ਮੰਗਿਆ ਆਂਦਾ 20 ਰੁਪਈਏ ਦਿਓ, ਕੱਲ੍ਹ ਨੂੰ ਕਿਹਾ ਮਾਂ ਘਰ ਨਹੀਂ ਚਾਹ ਬਣਾ ਲਾ, ਉਹਨੇ ਕਿਹੜਾ 50 ਲਿਆ। ਪਰਸੋਂ ਕਹੂੰਗਾ ਪੁੱਤ ਐਂ ਕਰ ਚੌਲ ਹੀ ਬਣਾ ਲਾ, ਮਾਂ ਘਰ ਨਹੀਂ, ਉਹ ਕਹੂਗਾ ਰੁਪਈਆ ਲਿਆ 100,
ਚੌਲ ਕਹੇ ਵਿੱਚ ਗੋਭੀ ਕਹੇ ਮਟਰ ਜੋ ਕਹੇ ਪਾ ਦੂੰ। ਪਰਸੋਂ ਹੋਰ ਥੋੜ੍ਹੀ ਜਿਹੀ ਗੱਲ ਕਿ ਵੀ ਪੁੱਤ ਸਬਜ਼ੀ ਬਣਾ ਲਾ, ਰੋਟੀਆਂ 2 ਫੁਲਕੇ ਲਾ ਲਾ, ਉਹ ਕਵੇ ਰੁਪਈਆ ਲਿਆ 200, ਤੁਹਾਡਾ ਮੱਥਾ ਠਣਕੂਆ ਨਾ, ਇਹਨੂੰ ਚੰਗਾ ਢਾਬੇ 'ਚੋਂ ਲੈ ਮੰਗਾ ਲਾਂ ਵੀ ਪੁੱਤ ਸ਼ਰਤਾਂ ਨਾਲ ਚੀਜ਼ਾਂ ਮੰਗਦਾ ਮੇਰੇ ਕੋਲੋਂ। ਮੈਂ ਕੰਮ ਕਹਿਣਾ ਤੂੰ ਪੈਸੇ ਮੇਰੇ ਕੋਲ ਮੰਗੀ ਜਾਂਦਾ। ਸਾਨੂੰ ਤਾਂ ਆਪਣਾ ਬੱਚਾ ਪਸੰਦ ਨਹੀਂ ਜਿਹੜਾ ਸਾਡੇ ਨਾਲ ਸ਼ਰਤਾਂ ਲਾਵੇ, ਅਤੇ ਗੁਰੂ ਨੂੰ ਇਹੋ ਜਿਹਾ ਸਿੱਖ ਕਿੱਦਾਂ ਪਸੰਦ ਆ ਜਾਊ ਬਈ ਜਿਹੜਾ ਸ਼ਰਤਾਂ ਰੱਖ ਰਿਹਾ ਗੁਰੂ ਦੇ ਸਾਹਮਣੇ। ਸ਼ਰਤ ਆ ਸਾਡੀ ਸੁਖਣਾ ਸ਼ਰਤ ਹੁੰਦੀ ਹੈ। ਮਹਾਰਾਜ ਮੇਰਾ ਆਹ ਕੰਮ, ਮਹਾਰਾਜ ਮੈਨੂੰ ਨੌਕਰੀ ਦਿਵਾਓਗੇ ਨਾ ਅਤੇ ਮੈਂ ਫਿਰ ਤੁਹਾਡੇ ਪੱਖਾ ਚੜਾਊਂ, ਅਤੇ ਜੇ ਨੌਕਰੀ ਨਾ ਮਿਲੀ ਤਾਂ ਫਿਰ ਮਹਾਰਾਜ ਤੁਹਾਡੀ ਸੰਗਤ ਗਰਮੀ 'ਚ ਮਰੂ। ਇਹਦਾ ਮਤਲਬ ਫਿਰ ਇਹੋ ਹੀ ਹੋਇਆ ਵੀ ਜੇ ਮੇਰੀ ਗੱਲ ਮੰਨੋਗੇ ਤਾਂ ਏਸੀ ਚੜਾਉਣਾ, ਜੇ ਤੁਸੀਂ ਮੇਰੀ ਗੱਲ ਨਾ ਮੰਨੀ ਫਿਰ ਮੈਂ ਏਸੀ। ਸੋਚ ਕੇ ਵੇਖੋ ਹੁਣ ਭਗਤ ਕਬੀਰ ਜੀ ਕੀ ਕਬੀਰ ਕਾਮ ਪਰੇ ਹਰ ਸਿਮਰਿਐ। ਕੰਮ ਪੈ ਗਿਆ ਤੇ ਰੱਬ ਚੇਤੇ ਕਰ ਲਿਆ। ਜਿਵੇਂ ਕੰਮ ਪੈਣ 'ਤੇ ਕਈ ਬੰਦੇ ਤੁਸੀਂ ਵੇਖਿਆ ਨਾ, ਕਈ ਤੁਹਾਡੇ ਮੋਬਾਈਲ 'ਚ ਕਈ ਇੱਦਾਂ ਦੇ ਨੰਬਰ ਵੀ ਹੋਣੇ ਆ ਜਿਹੜੇ ਸਿਰਫ ਉਦੋਂ ਹੀ ਤੁਹਾਨੂੰ ਫੋਨ ਆਉਂਦੇ ਜਦੋਂ ਉਹਨਾਂ ਨੂੰ ਕੰਮ ਹੁੰਦਾ ਕੋਈ, ਅਤੇ ਕਈ ਨੰਬਰ ਇੱਦਾਂ ਦੇ ਹੁੰਦੇ ਜਿਹੜੇ ਅੱਗੋਂ ਪਿੱਛੋਂ ਵੀ ਫੋਨ ਕਰਕੇ ਪੁੱਛਦੇ ਹੋਰ ਭਾਪਾ ਜੀ ਦਾ ਕੀ ਹਾਲ ਆ, ਬੀਬੀ ਜੀ ਠੀਕ ਆ, ਭੈਣ ਜੀ ਠੀਕ ਆ, ਬੱਚੇ ਵਧੀਆ ਨੇ, ਇੱਦਾਂ ਵੀ ਫੋਨ ਆਉਂਦੇ ਰਹਿੰਦੇ ਆ। ਅਤੇ ਕਈਆਂ ਦੇ ਫੋਨ ਪਤਾ ਕਦੋਂ ਆਉਂਦੇ ਆ, ਜਦੋਂ ਉਹਨਾਂ ਨੂੰ ਕੋਈ ਤੁਹਾਡੇ ਤਾਈਂ, ਅਤੇ ਫਿਰ ਆਪਾਂ ਫੋਨ ਚੁੱਕਦੇ ਹਾਂ ਸਾਰੀ ਹਿਸਾਬ ਲਾ ਲੈਂਦੇ ਹਾਂ। ਉਹ ਪੁੱਛੂਗਾ ਹੋਰ ਭਾਪਾ ਜੀ ਦਾ ਕੀ ਹਾਲ ਆ, ਬੀਬੀ ਦਾ ਕੀ ਹਾਲ ਆ, ਅਤੇ ਆਪਾਂ ਫਿਰ ਅੱਗੇ ਦਵਾ ਦਵ ਕੰਮ ਨਿਬੇੜਦੇ ਹਾਂ। ਭਾਪਾ ਜੀ ਵੀ ਠੀਕ ਆ, ਬੀਬੀ ਜੀ ਵੀ ਠੀਕ ਆ, ਤੁਸੀਂ ਦੱਸੋ ਆਪਾਂ ਨੂੰ ਯਾਦ ਕਿਵੇਂ ਕੀਤਾ। ਕਿਉਂਕਿ ਪਤਾ ਹੁੰਦਾ ਵੀ ਇਹਨੇ ਕੋਈ ਨਾ ਕੋਈ ਸਾਨੂੰ, ਬੋਲੋ ਪਿਆਰਿਓ, ਕੰਮ ਕਹਿਣਾ, ਕਿਉਂਕਿ ਅੱਗੋਂ ਪਿੱਛੋਂ ਤਾਂ ਕਦੀ ਨਾ ਭਾਪੇ ਦਾ ਪਤਾ ਅਤੇ ਨਾ ਬੀਬੀ ਦਾ ਪਤਾ। ਕੰਮ ਪੈਣ 'ਤੇ ਚੇਤਾ ਕਰ ਲਓ। ਸਾਨੂੰ ਇਹੋ ਜਿਹੇ ਬੰਦੇ ਪਸੰਦ ਹੁੰਦੇ ਆ ਜੀ, ਬੋਲ ਕੇ ਦੱਸਿਓ, ਜਿਹੜੇ ਕੰਮ ਪੈਣ 'ਤੇ ਚੇਤਾ ਕਰਨ। ਅਤੇ ਫਿਰ ਗੁਰੂ ਨੂੰ ਇਹੋ ਜਿਹਾ ਸਿੱਖ ਕਿੱਦਾਂ ਪਸੰਦ ਹੋ ਜੂ ਜਿਹੜਾ ਲੋੜ ਪੈਣ 'ਤੇ ਦਰੀਆਂ ਝਾੜਦਾ ਆਣ ਕੇ, ਜਿਹੜਾ ਲੋੜ ਪੈਣ 'ਤੇ ਕਹਿੰਦਾ ਮੈਂ ਮਹਾਰਾਜ ਮੈਂ ਤਾਂ ਤੇਰੇ ਪਾਠ ਕਰ ਰਿਹਾ, ਮੈਨੂੰ ਤੇਰੇ ਤੋਂ ਹੀ ਆਹ ਲੋੜ ਪੈ ਗਈ, ਮੇਰਾ ਕੰਮ ਸਵਾਰ ਦੇ, ਮੈਂ ਤਾਂ ਖਲੋਤਾ ਇੱਥੇ। ਕਬੀਰ ਕਾਮ ਪਰੇ ਹਰ ਸਿਮਰਿਐ। ਕੰਮ ਪੈ ਗਿਆ ਤੇ ਸਿਮਰ ਲਿਆ, ਚੇਤੇ ਕਰ ਲਿਆ। ਐਸਾ ਸਿਮਰੋ ਨਿਤ, ਕਿਤੇ ਬਿਨਾਂ ਕੰਮ ਤੋਂ ਵੀ ਚੇਤੇ ਕਰਕੇ ਵੇਖੋ। ਅਮਰਾਪੁਰ ਬਾਸਾ ਕਰੋ। ਹੁਣ ਬਾਪ ਨੇ ਪਾਣੀ ਮੰਗਿਆ ਅਤੇ ਪੁੱਤ ਨੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਬਾਪ ਨੇ ਸਗੋਂ ਪੁੱਛਿਆ ਪੁੱਤ ਕੋਈ ਚਾਹੀਦਾ, ਆਂਦਾ ਨਹੀਂ ਬਾਪੂ ਜੀ ਸਭ ਕੁਝ ਤੁਹਾਡਾ ਦਿੱਤਾ ਮੇਰੇ ਕੋਲ ਹੈਗਾ। ਅਤੇ ਜੇ ਇੱਕ ਵਕਤ ਐਸਾ ਆਇਆ ਬਾਪ ਆਪੇ ਬਾਜ਼ਾਰੋਂ ਬੱਚਿਆਂ ਵਾਸਤੇ ਚੀਜ਼ਾਂ ਖਰੀਦ ਕੇ ਲਈ ਆਉਂਦਾ। ਕਈ ਘਰਾਂ 'ਚ ਨਾ ਬੱਚੇ ਕਹਿੰਦੇ ਡੈਡੀ ਮੇਰੇ ਕੋਲ ਤਾਂ ਆਹ ਚੀਜ਼ ਹੈਗੀ ਸੀ, ਕਿਉਂ ਲਿਆ ਕੇ ਦਿੱਤੀ? ਕਿਉਂਕਿ ਉਹਨੂੰ ਪਤਾ ਇਹ ਮੇਰੇ ਆਗਿਆਕਾਰੀ ਪੋਤਾ, ਇਹਨੇ ਮੰਗਣਾ ਨਹੀਂ, ਮੈਨੂੰ ਆਪੇ ਲਿਆ ਕੇ ਦੇਣਾ ਵਾ। ਉੱਥੇ ਪਰ ਬਾਪ ਆਪਣੇ ਆਪ ਹੀ ਆਪਣੇ ਬੱਚਿਆਂ ਦੀਆਂ, ਮਾਵਾਂ ਆਪਣੇ ਆਪ ਹੀ ਆਪਣੇ ਪੁੱਤਾਂ ਧੀਆਂ ਦੀਆਂ ਰੀਝਾਂ ਪੂਰੀਆਂ ਕਰ ਦਿੰਦੇ ਆ। ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ। ਕੰਮ ਪੈਣ 'ਤੇ ਆਪਾਂ ਚੇਤੇ ਕਰਦੇ ਹਾਂ, ਬਿਨਾਂ ਕੰਮ ਤੋਂ ਚੇਤੇ ਕਰਕੇ ਵੇਖੀ ਉਸ ਮਾਲਕ ਨੂੰ, ਬਿਨਾਂ ਕੰਮ ਤੋਂ। ਇੱਦਾਂ ਰਿਸ਼ਤੇਦਾਰ ਸਾਕ ਸੰਬੰਧੀਆਂ 'ਤੇ ਵੀ ਗੱਲ ਢੁਕਦੀ ਆ, ਕਿਤੇ ਬਿਨਾਂ ਕੰਮ ਤੋਂ ਵੀ ਹਾਲ ਚਾਲ ਪੁੱਛ ਲਿਆ ਕਰੀਏ, ਰੂਟੀਨ ਬਣਾ ਲਿਆ ਕਰੀਏ, ਵੀ ਪੁੱਛ ਲਿਆ ਕਰੀਏ ਹੋਰ ਮਾਸੀ ਜੀ ਠੀਕ ਜੇ, ਹੋਰ ਤਾਇਆ ਚਾਚਾ ਰਿਸ਼ਤੇਦਾਰ ਦੋਸਤ ਮਿੱਤਰ ਠੀਕ ਜੇ। ਅਗਲਾ ਵੀ ਕਵੇ ਭਾਈ ਇਹ ਅੱਗੋਂ ਪਿੱਛੋਂ ਵੀ ਮੇਰਾ ਹਾਲ ਚਾਲ ਪੁੱਛਦਾ ਰਹਿੰਦਾ, ਨਹੀਂ ਤਾਂ ਮੋਹਰ ਲੱਗ ਜਾਣੀ ਆ ਵੀ ਲੋੜ ਪੈਣ 'ਤੇ ਹੀ ਭਾਈ ਯਾਦ ਕਰਦਾ। ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ। ਜੇ ਬਿਨਾਂ ਕੰਮ ਤੋਂ ਅਸੀਂ ਉਸ ਮਾਲਕ ਨੂੰ ਚੇਤੇ ਕਰਾਂਗੇ, ਇਹਦਾ ਫਾਇਦਾ ਕੀ ਹੋਊ ਭਲਾ? ਸੁਣਿਓ ਭਗਤ ਕਬੀਰ ਜੀ ਕੀ ਕਹਿੰਦੇ ਨੇ। ਅਮਰਾਪੁਰ ਬਾਸਾ ਕਰੋ। ਅਮਰਾਪੁਰ ਬਾਸਾ ਕਰੋ ਦਾ ਅਰਥ ਪਤਾ ਕੀ ਹੈ ਭਾਈ? ਲੋਕ ਮਰਨ ਤੋਂ ਬਾਅਦ ਕਹਿੰਦੇ ਸਵਰਗ ਮਿਲਦਾ, ਤੂੰ ਜਿਉਂਦੇ ਜੀ ਅਮਰਾਪੁਰ ਵਾਸਿਆ ਕਰੇਗਾ, ਜਿਉਂਦੇ ਜੀ ਸਵਰਗ ਬੈਕੁੰਠ ਦਾ ਮਾਲਕ ਬਣ ਜਾਏਗਾ। ਅਮਰਾਪੁਰ ਬਾਸਾ ਕਰੋ। ਹਰ ਗਿਆ ਜਿਹੜਾ ਤੇਰੇ ਅੰਦਰੋਂ ਹਰੀ ਗਿਆ ਸੀ ਨਾ, ਜਿਹੜਾ ਤੇਰੇ ਅੰਦਰੋਂ ਰੱਬੀ ਗੁਣ ਚਲੇ ਗਿਆ ਸੀ। ਬਹੋਰ ਹੈ ਬਿੱਤ ਕਹਿੰਦੇ ਖਜ਼ਾਨੇ ਨੂੰ, ਜਿਹੜਾ ਖਜ਼ਾਨਾ ਤੇਰੇ ਜੀਵਨ 'ਚੋਂ ਜਾ ਚੁੱਕਾ ਸੀ ਨਾ ਰੱਬੀ ਗੁਣਾਂ ਦਾ, ਉਹਨੂੰ ਤੂੰ ਮੋੜ ਕੇ ਲਿਆ ਸਕਦਾ ਜੇ ਬਿਨਾਂ ਮਤਲਬ ਤੋਂ ਵੀ ਆਪਣੇ ਮਾਲਕ ਨਾਲ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ। ਜੇ ਤੈਨੂੰ ਕੋਈ ਪੁੱਛੇ ਤੂੰ ਗੁਰਦੁਆਰੇ ਕਿਉਂ ਨਾ ਬਾਣੀ ਕਿਉਂ ਪੜ੍ਹਦਾ, ਤੂੰ ਕਹ ਆਪਣੇ ਜੀਵਨ ਨੂੰ ਸਵਾਰ ਲਈ ਪੜ੍ਹਦਾ। ਜੇ ਬੱਚਾ ਬਿਨਾਂ ਮਤਲਬ ਤੋਂ ਆਪਣੇ ਮਾਂ ਬਾਪ ਦੀ ਸੇਵਾ ਕਰੇ, ਫਿਰ ਉਹਨਾਂ ਬੱਚਿਆਂ ਨੂੰ ਕਿਤੇ ਕਿਸੇ ਚੀਜ਼ ਦੀ ਕਮੀ ਥੋੜ੍ਹਾ ਰਹਿੰਦੀ ਆ। ਹੁਣ ਜਿਹੜੇ ਬੰਦੇ ਇਹ ਵੇਖ ਕੇ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਕਿ ਬਾਪੂ ਦੀ ਪੈਨਸ਼ਨ ਆਉਂਦੀ ਹੈ, ਬਾਪੂ ਚੜ੍ਹਾਈ ਕਰ ਗਿਆ, ਮਾਂ ਦੀ ਪੈਨਸ਼ਨ ਆਉਂਦੀ ਹੈ, ਅਤੇ ਮੈਂ ਇਸੇ ਨਾ ਅਸੀਂ ਪੈਸੇ ਕਰਕੇ ਮਾਂ ਬਾਪ ਦੀ ਰਿਸਪੈਕਟ ਨਹੀਂ ਕਰਨੀ।
ਬਾਪ ਕੁਝ ਵੀ ਨਾ ਕਮਾਉਂਦਾ ਹੋਵੇ, ਮਾਂ ਕੁਝ ਵੀ ਨਾ ਕਮਾਉਂਦੀ ਹੋਵੇ, ਮਾਂ ਦਾ ਫਿਰ ਵੀ ਧੰਨਵਾਦ ਆ, ਉਹਨੇ ਮੈਨੂੰ ਜੀਵਨ ਤੇ ਦਿੱਤਾ ਨਾ। ਨਹੀਂ ਤਾਂ ਸਮਾਜ ਦੇ ਮੱਥੇ ਤੇ ਕਲੰਕ ਲੱਗ ਜੂ ਕਿ ਉਹਨਾਂ ਬਜ਼ੁਰਗਾਂ ਦੀ ਰਿਸਪੈਕਟ ਹੁੰਦੀ ਹੈ ਜਿਨ੍ਹਾਂ ਦੇ ਕੋਲ 4 ਪੈਸੇ ਆ। ਨਹੀਂ, ਮੈਂ ਉਸ ਬਾਪੂ ਮਾਂ ਦੀ ਵੀ ਰਿਸਪੈਕਟ ਕਰਨੀ ਆ ਜਿਹਨੇ ਮੈਨੂੰ ਭੁੱਖੇ ਰਹਿ ਰਹਿ ਕੇ ਪਾਲਿਆ, ਜਿਹਨੇ ਆਪ ਗਿੱਲਿਆਂ ਥਾਵਾਂ ਤੇ ਪੈ ਪੈ ਕੇ ਮੇਰੀਆਂ ਸਧਰਾਂ ਪੂਰੀਆਂ ਕੀਤੀਆਂ ਨੇ। ਜਿੱਦਣ ਅਸੀਂ ਪਦਾਰਥਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਜ਼ਿੰਦਗੀ ਜਿਉਣ ਲੱਗ ਪਏ, ਅਗਲਾ ਕਹੇਗਾ ਭਾਈ, ਮੈਂ ਕਹਿੰਦਾ ਜਦੋਂ ਸੱਸ ਦੁਨੀਆ ਤੋਂ ਜਾਵੇ, ਧੀਆਂ ਨਾਲੋਂ ਵੱਧ ਨੂੰਹਾਂ ਰੋਣ ਕਿ ਮੇਰੀ ਮਾਂ ਨੂੰ ਗਈ ਨੂੰ ਤੇ ਕਿੰਨੇ ਸਾਲ ਹੋ ਗਏ ਸੀ, ਮੈਨੂੰ ਉਦੋਂ ਨਹੀਂ ਮਹਿਸੂਸ ਹੋਇਆ ਮੇਰੀ ਮਾਂ ਗਈ ਹੈ, ਮੈਂ ਅੱਜ ਮਹਿਸੂਸ ਕਰਦੀ ਹਾਂ ਮੇਰੀ ਮਾਂ ਅੱਜ ਗਈ ਹੈ। ਕਿਉਂ? ਕਿਉਂਕਿ ਕਦੀ ਸਾਡੀ ਸੱਸ ਨੇ ਸਾਡੀ ਮਾਂ ਦੀ ਕਮੀ ਮਹਿਸੂਸ ਹੋਣ ਦਿੱਤੀ ਨਹੀਂ। ਇਹ ਕਰੈਕਟਰ ਬਣ ਸਾਡੀਆਂ ਬਜ਼ੁਰਗ ਮਾਵਾਂ ਦਾ। ਰੱਬ ਨਾ ਕਰੇ ਕਿਤੇ ਕੋਈ ਘਟਨਾ ਵਾਪਰ ਜਾਏ, ਨੂੰਹ ਦੁਨੀਆ ਤੋਂ ਚਲੀ ਜਾਵੇ, ਸੱਸ ਕਵੇ ਮੈਂ ਕਿੱਥੋਂ ਲੱਭਾਂਗੀ ਇੱਦਾਂ ਦੀ ਧੀ। ਮੇਰੀ ਧੀ ਨਾਲ ਮੈਂ ਉਹਨੇ ਦੁੱਖ ਸੁੱਖ ਨਹੀਂ ਸੀ ਫੋਲਦੀ ਜਿੰਨੀ ਮੈਂ ਆਪਣੀ ਨੂੰਹ ਨਾਲ ਫੋਲਦੀ ਸੀ। ਇਹ ਪਾਠ ਕਰੋ, ਬਾਣੀ ਪੜ੍ਹੋ, ਪਰ ਆਪਣੇ ਘਰਾਂ ਦੇ ਮਸਲੇ ਖੁਦ ਸਮਾਜ ਵਿੱਚ ਆਪ ਨਜਿੱਠਣ ਦੀ ਕੋਸ਼ਿਸ਼ ਕਰੋ। ਸਾਨੂੰ ਬਾਣੀ ਇਹੋ ਸਿਖਾਉਂਦੀ ਹੈ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵਈ ਕੰਤ। ਇਹ ਗੁਣ ਸਿਖਾਉਂਦੀ ਬਾਣੀ ਸਾਨੂੰ। ਤੋ ਸਤਿਕਾਰਯੋਗ ਜੋ ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਕਹੀ ਕਿ ਭਾਈ ਉਹ ਜੇ ਮਾਲਕ ਵਰਗਾ ਨਾਥ ਕੋਈ ਨਹੀਂ, ਮੇਰੇ ਵਰਗਾ ਅਨਾਥ ਕੋਈ ਨਹੀਂ, ਇਹੋ ਗੱਲ ਹੀ ਭਾਈ ਗੁਰਦਾਸ ਜੀ ਨੇ, ਉਹ ਗੱਲ ਹੀ ਭਗਤ ਰਵਿਦਾਸ ਜੀ ਨੇ, ਇਹ ਸਾਂਝ ਵਿਚਾਰਾਂ ਦੀ ਸੀ ਸਾਰੀ। ਹੋਏ ਕਿਹੜੇ ਕਿਹੜੇ ਸਮੇਂ ਤੇ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਹਮਸਰ ਦੀਨ ਦਇਆਲ ਨਾ ਤੁਮ ਸਰ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ ਬਚਨੀ ਤੋਰ, ਤੁਹਾਡੇ ਬਚਨਾਂ ਤੇ ਮੋਰ ਮਨ ਮੰਨ ਹੈ, ਤੁਹਾਡੀ ਸਿੱਖਿਆ ਨੂੰ ਮੇਰਾ ਮਨ ਮੰਨ ਲਵੇ। ਜਨ ਕੋ ਪੂਰਨ ਦੀਜੈ, ਜਨ ਨੂੰ ਇਹ ਪੂਰਨ ਭਰੋਸਾ ਬਖਸ਼ਿਸ਼ ਕਰੋ। ਆਪਾਂ ਰੋਜ਼ ਅਰਦਾਸ ਵਿੱਚ ਖਲੋ ਕੇ ਪੜ੍ਹਦੇ ਹਾਂ, ਗ੍ਰੰਥੀ ਸਿੰਘ ਰੋਜ਼ ਸਾਡੇ ਲਈ ਮੰਗਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਸਾਰੇ ਪੜ੍ਹੋ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ। ਇਹ ਭਰੋਸਾ ਕਿਹਦੇ ਲਈ ਮੰਗ ਰਿਹਾ? ਸਾਡੇ ਲਈ, ਸਾਡੇ ਲਈ ਭਰੋਸਾ ਮੰਗ ਰਿਹਾ, ਸਾਡੇ ਤੇ ਭਰੋਸਾ। ਅਸੀਂ ਬੱਸ ਡਰਾਈਵਰ ਤੇ ਕਿੰਨੇ ਐਕਸੀਡੈਂਟ ਹੁੰਦੇ ਨੇ ਬੱਸਾਂ ਦੇ, ਕੀ ਲੋਕ ਬੱਸਾਂ 'ਚੋਂ ਸਫ਼ਰ ਕਰਨਾ ਬੰਦ ਕਰ ਗਏ? ਟ੍ਰੇਨਾਂ ਦੇ ਕਿੰਨੇ ਐਕਸੀਡੈਂਟ ਹੁੰਦੇ ਨੇ, ਕੀ ਲੋਕ ਟ੍ਰੇਨਾਂ 'ਚੋਂ ਸਫ਼ਰ ਕਰਨਾ ਬੰਦ ਕਰ ਗਏ? ਕਿੰਨੇ ਲੋਕ ਪਲੇਨ ਵਿੱਚ ਘਟਨਾਵਾਂ ਵਾਪਰ ਜਾਂਦੀਆਂ, ਕੀ ਲੋਕ ਪਲੇਨ ਵਿੱਚ ਸਫ਼ਰ ਕਰਨਾ ਬੰਦ ਕਰ ਗਏ? ਨਹੀਂ। ਹੌਸਪੀਟਲਾਂ 'ਚੋਂ ਡੈੱਡ ਬੋਡੀਆਂ ਵੀ ਆਉਂਦੀਆਂ ਨੇ, ਕੀ ਉਹਨਾਂ ਹੌਸਪੀਟਲਾਂ 'ਚ ਲੋਕ ਮਰੀਜ਼ ਲਿਜਾਣਾ ਬੰਦ ਕਰ ਗਏ? ਨਹੀਂ, ਫਿਰ ਵੀ ਲੋਕ ਲੈ ਕੇ ਜਾਂਦੇ ਨੇ। ਆਪਰੇਸ਼ਨ ਥੀਏਟਰ 'ਚ ਜਦੋਂ ਮਰੀਜ਼ ਲੈ ਕੇ ਜਾਂਦੇ ਆ, ਕੋਈ ਮੇਜਰ ਆਪਰੇਸ਼ਨ ਹੋਣਾ ਹੋਵੇ ਤੇ ਕਈ ਵਾਰੀ ਡਾਕਟਰ ਪਰਿਵਾਰ ਦੇ ਨਜ਼ਦੀਕੀ ਕੋਲੋਂ ਸਿਗਨੇਚਰ ਕਰਾਉਂਦੇ ਨੇ, ਪੁੱਤਰ ਹੋਵੇ ਤੇ ਮਾਂ ਕੋਲੋਂ, ਪਤਨੀ ਹੋਵੇ ਤੇ ਪਤੀ ਕੋਲੋਂ, ਭੈਣ ਹੋਵੇ ਤੇ ਭਰਾ ਰਿਸ਼ਤੇਦਾਰਾਂ ਕੋਲੋਂ, ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਜੇ ਕੋਈ ਅਣਸਖਾਵੀਂ ਘਟਨਾ ਵਾਪਰ ਗਈ ਤੇ ਸਾਡੇ ਤੇ ਬਲੇਮ ਨਾ ਲਾਇਓ। ਤੇ ਕੋਈ ਡਾਕਟਰ ਨਹੀਂ ਚਾਹੁੰਦਾ ਮੇਰੇ ਕੋਲੋਂ ਮਰੀਜ਼ ਦੀ ਮੌਤ ਹੋਵੇ, ਕਿਉਂਕਿ ਉਹਦਾ ਵੀ ਤਾਂ ਰੈਕਟ ਖਰਾਬ ਹੁੰਦਾ ਹੈ ਨਾ, ਉਹਦਾ ਰਿਕਾਰਡ ਜਿਹੜਾ ਉਹ ਗਲਤ ਹੋ ਜਾਂਦਾ ਹੈ। ਪਰ ਅਸੀਂ ਆਪਣੇ ਹੱਥ ਵੱਢ ਕੇ ਦੇ ਦਿੱਤੇ, ਇੱਕ ਵਾਰੀ ਲਿਖ ਕੇ ਦੇ ਦਿੱਤਾ। ਜੇ ਘਟਨਾ ਵਾਪਰ ਗਈ ਅਸੀਂ ਕੋਈ ਕਲੇਮ ਥੋੜ੍ਹਾ ਕਰ ਸਕਦੇ ਹਾਂ, ਪਰ ਫਿਰ ਵੀ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਡਾਕਟਰ ਸਾਡੇ ਮਰੀਜ਼ ਨੂੰ ਇੱਕ ਨਵਾਂ ਜੀਵਨ ਦੇਵੇਗਾ। ਪਲੇਨ ਉੱਡਣ ਤੋਂ ਪਹਿਲਾਂ ਇੱਕ ਅਨਾਊਂਸਮੈਂਟ ਹੁੰਦੀ ਉਹਦੇ ਵਿੱਚ, ਜਿਨ੍ਹਾਂ ਤੁਹਾਡੇ 'ਚੋਂ ਪਲੇਨ 'ਚ ਕਦੀ ਸਫ਼ਰ ਕੀਤਾ ਹੋਏਗਾ, ਕਿ ਜੇ ਆਕਸੀਜਨ ਦੀ ਕਮੀ ਆਈ ਜਾਂ ਪਲੇਨ ਨੂੰ ਅੱਗ ਲੱਗ ਗਈ ਜਾਂ ਕੋਈ ਘਟਨਾ ਵਾਪਰ ਗਈ, ਤੁਸੀਂ ਇਸ ਪਲੇਨ 'ਚੋਂ ਬਾਹਰ ਕਿੱਦਾਂ ਨਿਕਲਣਾ ਹੈ। ਹੁਣ ਬੰਦਾ ਕਹੀ ਜਾਵੇ ਵੀ ਉੱਡਿਆ ਨਹੀਂ ਹੈ, ਪਹਿਲਾਂ ਡਰਾਈ ਜਾਂਦੇ ਵੀ ਡਿੱਗ ਨਾ ਪਵੇ, ਕਿਤੇ ਅੱਗ ਨਾ ਲੱਗ ਜਾਏ ਕਿਤੇ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਪਲੇਨ 'ਚ ਬਹਿਣ ਲੱਗੇ, ਜੇ ਇੱਦਾਂ ਕਹੀ ਜਾਵੇ ਉਹ ਇਹ ਤਾਂ ਕਹੀ ਜਾਂਦੇ ਡਿੱਗ ਪੈਣਾ, ਉਹ ਆਂਦਾ ਡਿੱਗਦਾ ਨਹੀਂ ਹੁੰਦਾ, ਇਹ ਸਿਰਫ ਦੱਸ ਰਿਹਾ ਵੀ ਜੇ ਇੱਦਾਂ ਹੋ ਗਿਆ ਤਾਂ, ਜੇ ਇੱਦਾਂ ਹੋ ਗਿਆ। ਹੁਣ ਦੱਸੋ, ਜਦੋਂ ਆਪਾਂ ਨਵੀਂ ਕਾਰ ਲੈ ਕੇ ਆਉਂਦੇ ਉਹ 'ਚ ਇੱਕ ਸਟੈਪਨੀ ਹੁੰਦੀ ਹੈ ਨਾ, ਕਾਹਦੇ ਲਈ ਹੁੰਦੀ ਭਲਾ? ਵੀ ਜੇ ਇੱਕ ਟਾਇਰ ਪੈਂਚਰ ਹੋ ਗਿਆ, ਜੇ ਆਪਾਂ ਕਹੀਏ ਲੈ ਤੁਸੀਂ ਕਿੱਦਾਂ ਦੇ ਕਲੈਣੇ ਬੰਦੇ ਜੀ, ਤੁਹਾਨੂੰ ਪਤਾ ਟਾਇਰ ਪੈਂਚਰ ਹੋਣਾ, ਤੁਸੀਂ ਪਹਿਲਾਂ ਸੋਚ ਕੇ ਬੈਠੇ ਹੋ। ਕਹਿੰਦੇ ਜੇ ਪੈਂਚਰ ਹੋ ਗਿਆ ਤੇ ਘਬਰਾਇਓ ਨਾ, ਵੀ ਇਹਦੇ 'ਚ ਪਾਨਾ ਵੀ ਹੈਗਾ, ਜੈਕ ਵੀ ਹੈਗਾ, ਲਾਉਣਾ ਵੀ ਆਉਣਾ ਚਾਹੀਦਾ ਹੈ। ਜੇ ਅਸੀਂ ਬਾਕੀ ਸਾਰਿਆਂ ਕੰਮਾਂ ਲਈ ਵਿਸ਼ਵਾਸ ਕਰਦੇ ਹਾਂ, ਪ੍ਰਪੇਅਰ ਹੋ ਜਾਂਦੇ ਵੀ ਇੱਦਾਂ ਹੋ ਸਕਦਾ ਹੈ, ਪਲੇਨ ਬਾਰੇ ਅਗਲੇ ਅਨਾਉਂਸ ਵੀ ਕਰਤਾ, ਫਿਰ ਵੀ ਸਾਨੂੰ ਪਤਾ ਵੀ ਇਹਨੇ ਪਲੇਨ ਨੇ ਸਾਨੂੰ ਮੰਜ਼ਿਲ 'ਤੇ ਪਹੁੰਚਾ ਦੇਣਾ ਵਾ। ਪਹਿਲੇ ਫੋਨ ਅਨਾਉਂਸਮੈਂਟ ਹੋਣ ਤੋਂ ਬਾਅਦ ਫਿਰ ਪਲੇਨ 'ਚ ਬਹਿਣ ਲੱਗਿਆ ਫੋਨ ਕਰਤਾ, ਇੰਨੇ ਵਜੇ ਮੇਰੀ ਪਲੇਨ ਲੱਗ ਜਾਣਾ, ਇੰਨੇ ਵਜੇ ਮੈਂ ਬਾਹਰ ਆ ਜਾਵਾਂਗਾ, ਮੈਨੂੰ ਲੈ ਜਾਓ ਆਣ ਕੇ। ਵਿਸ਼ਵਾਸ ਆ ਨਾ ਪਹੁੰਚ ਜਾਣਾ। ਗੁਰੂ 'ਤੇ ਇੰਨਾ ਵੀ ਨਹੀਂ ਕਰ ਸਕੇ ਅਸੀਂ।
ਮੱਥਾ ਵੀ ਟੇਕੀ ਗਏ, ਅਰਦਾਸ ਵੀ ਕਰੀ ਗਏ, ਫਿਰ ਕਹੀ ਗਏ ਪਤਾ ਨਹੀਂ ਲੱਗਦਾ ਗੱਲ ਬਣਨੀ ਨਹੀਂ, ਕਿਸੇ ਬਾਬੇ ਕੋ ਫਿਰ ਜਾਣਾ ਪੈਣਾ। ਤੇ ਬਾਣੀਆਂ ਦੀ ਜਿਸ ਦਾ ਸਹਿਬ ਨੰਗਾ ਭੁੱਖਾ ਹੋਵੇ ਤੇ ਇਸ ਦਾ ਨਫਰ ਕਿੱਥੋਂ ਰੱਜ ਖਾਏ। ਜਿਹੜਾ ਮਾਲਕ ਆਪਣੇ ਨੰਗਾ ਤੇ ਭੁੱਖਾ ਹੋਏਗਾ ਉਹਦਾ ਸੇਵਕ ਰੱਜ ਕੇ ਰੋਟੀ ਕਿੱਥੋਂ ਖਾ ਲੇਗਾ ਭਲਾ। ਇਸ ਕਰਕੇ ਆਓ ਭਾਈ, ਮਾਲਕ ਦੇ ਬਚਨਾਂ ਤੇ ਭਰੋਸਾ ਵੱਧ ਜਾਏ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੇ। ਤੇ ਅਖੀਰ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮਾਂ, ਸਾਰੇ ਪੜੋ, ਬਹੁਤ ਜਨਮਾਂ ਬਿਸ਼ਰੇ ਥੇ ਮਾਧੋ। ਹੇ ਮਾਧੋ, ਹੇ ਮਾਇਆ ਦੇ ਪਤੀ ਵਾਹਿਗੁਰੂ ਅਕਾਲ ਪੁਰਖ ਜੀ, ਬਹੁਤ ਜਨਮ ਦਾ ਅਰਥ ਹੈ ਮੈਂ ਆਪਣੇ ਜਨਮ ਦਾ ਬਹੁਤਾ ਹਿੱਸਾ, ਇੱਥੇ ਬਹੁਤ ਜਨਮ ਦਾ ਅਰਥ ਇਹ ਨਹੀਂ ਵੀ ਬਹੁਤੇ ਜਨਮ, ਇਹਦਾ ਮਤਲਬ ਹੈ ਆਪਣੇ ਜੀਵਨ ਦਾ ਬਹੁਤਾ ਹਿੱਸਾ ਮੈਂ ਤੁਹਾਡੇ ਨਾਲੋਂ ਹੀ ਵਿਛੜਿਆ ਰਿਹਾ। ਜਿਵੇਂ ਕਿਸੇ ਬੰਦੇ ਦੀ ਮੰਨ ਲਓ ਉਮਰ ਹੋਵੇ 50 ਸਾਲ, 20 ਸਾਲ, 30 ਸਾਲ, ਉਹ ਕਹਿੰਦਾ ਨਹੀਂ ਆ 20 ਸਾਲ ਤੇ ਮੈਂ ਵਿਛੜਿਆ ਹੀ ਰਿਹਾ। ਮੈਨੂੰ ਤੇ ਅੱਜ ਪਤਾ ਲੱਗਾ ਗੁਰਮਤਿ ਆਹ ਗੱਲ ਹੈ। ਮੇਰਾ ਤੇ ਅੱਜ ਜਨਮ ਹੋਇਆ, ਮਾਂ ਬਾਪ ਨੇ ਜਨਮ ਦੇ ਦਿੱਤਾ ਸੀ 30 ਸਾਲ ਪਹਿਲਾਂ, 40 ਸਾਲ, 50 ਸਾਲ ਪਹਿਲਾਂ, 70 ਸਾਲ ਪਹਿਲਾਂ, ਪਰ ਗੁਰਮਤਿ ਵਿੱਚ ਮੇਰਾ ਜਨਮ ਅੱਜ ਹੋਇਆ। ਬਹੁਤ ਜਨਮ ਦਾ ਅਰਥ ਹੈ ਜਨਮ ਦਾ ਬਹੁਤਾ ਹਿੱਸਾ, ਆਪਣੇ ਜੀਵਨ ਦਾ ਬਹੁਤਾ ਹਿੱਸਾ ਮੈਂ ਤੇਰੇ ਨਾਲੋਂ ਵਿਛੜਿਆ ਹੀ ਰਿਹਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਗੁਰਮਤਿ ਆ ਵਾ। ਬਹੁਤ ਜਨਮਾਂ ਬਿਸ਼ਰੇ ਥੇ ਮਾਧੋ। ਇਹ ਜਨਮ ਕਿਹੜਾ ਜਨਮ? ਜਿਹੜਾ ਤੁਹਾਡੇ ਘਰ ਹੋਇਆ ਵਾ। ਸਾਧ ਸੰਗਤ ਭਇਓ ਜਨਮ ਪ੍ਰਾਪਤ ਹੋਇਆ, ਜਿਹੜਾ ਸਤਿਗੁਰ ਕੇ ਜਨਮ ਹੈ, ਗਮਨ ਮਟਾਇਆ ਜਿਹੜਾ ਜਨਮ ਹੋਇਆ ਵਾ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਮੇਰਾ ਤੁਮਾਰੇ ਲੇਖੇ ਲੱਗ ਜਾਏ, ਤੁਹਾਡੇ ਲੇਖੇ ਲੱਗ ਜਾਏ। ਹੁਣ ਮੈਂ ਸਮਝੋ ਲਿਆ ਵਾ, ਹੁਣ ਮੇਰੀ ਅਰਦਾਸ ਵਾ ਇਹ ਜਨਮ ਤੁਹਾਡੇ ਮੁਤਾਬਕ ਹੀ ਚੱਲੇ। ਕਹੇ ਰਵਿਦਾਸ ਆਸ ਲਗ ਜੀਵੋ, ਮੈਂ ਇਸੇ ਆਸ ਨਾਲ ਹੀ ਜ਼ਿੰਦਗੀ ਜਿਉ ਰਿਹਾ ਵਾਂ। ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ ਸੀ ਤੁਹਾਡੇ ਦਰਸ਼ਨ ਕੀਤੇ ਨੂੰ, ਅੱਜ ਸਮਝ ਲੱਗੀ ਆ ਦਾਤਾ ਤੇਰੇ ਦਰਸ਼ਨਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਦਰਸ਼ਨ ਦਾ ਅਰਥ ਹੁੰਦਾ ਸਮਝਣਾ। ਇੱਦਾਂ ਵੇਖਣਾ ਦਰਸ਼ਨ ਨਹੀਂ ਹੈਗਾ, ਇੱਦਾਂ ਮਹਾਰਾਜ ਨੂੰ ਵੇਖ ਲੈ ਦਰਸ਼ਨ ਕਰ ਲੈ, ਇੱਦਾਂ ਤੇ ਸਤਿਗੁਰੂ ਨੂੰ ਸਭ ਕੁਝ ਵੇਖਦਾ। ਜੇਤਾ ਡਿਠੈ ਜਿਚਰ ਸ਼ਬਦ ਨਾ ਕਰੇ ਵਿਚਾਰ। ਆਓ ਗੁਰੂ ਦੇ ਦਰਸ਼ਨ ਕਰੀਏ, ਗੁਰੂ ਦੇ ਸ਼ਬਦ ਨੂੰ ਸਮਝੀਏ, ਆਪਣੇ ਘਰਾਂ 'ਚ ਸਹਿਜ ਪਾਠ ਮੇਰੀਓ ਭੈਣੋ, ਮੇਰੇ ਵੀਰੋ, ਬਜ਼ੁਰਗੋ, ਜਿੰਨਾ ਵੀ ਸਮਾਂ ਲੱਗਦਾ ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਅੱਧਾ ਰੋਜ਼ ਪੜ੍ਹ ਲਓ। ਆਪਣੇ ਘਰਾਂ 'ਚ ਬਾਣੀ ਤੋਂ ਸ਼ੁਰੂਆਤ ਕਰੀਏ, ਗੁਰਬਾਣੀ ਖੁਦ ਪੜ੍ਹੀਏ। ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਆਪਣੀ ਜ਼ਿੰਦਗੀ 'ਚੋਂ ਇੰਝ ਹੂੰਜ ਕੇ ਬਾਹਰ ਕਰ ਦਿਓ